ਅੱਛਾ ਨਹੀਂ ਦੱਸ ਦਿਓ ਵੀ ਤੁਸੀਂ ਹੁਣ ਕਿਹੜੇ ਪਾਸੇ ਹੋ? ਜੁਆਇਨਿੰਗ ਤੁਹਾਡੀ ਹੋ ਚੁੱਕੀ ਹੈ, ਤਨਖਾਹ ਆ ਨਹੀਂ ਰਹੀ, ਨਾ ਹੁਣ ਇੱਧਰ ਵਾਲੇ ਹੋ ਤੇ ਨਾ ਤੁਸੀਂ ਉੱਧਰ ਵਾਲੇ ਹੋ। ਇਹ ਸਵਾਲ ਤਾਂ ਦੇਖੋ ਜੀ, ਅਸੀਂ ਤਾਂ ਹਵਾ 'ਚ ਲਟਕੇ ਹੋਏ ਹਾਂ। ਇਹ ਸਵਾਲ ਤਾਂ ਅਸੀਂ ਸਰਕਾਰ ਤੋਂ ਪੁੱਛ ਰਹੇ ਹਾਂ ਤੇ ਤੁਹਾਡੇ ਰਾਹੀਂ ਵੀ ਉਮੀਦ ਕਰਦੇ ਹਾਂ ਵੀ ਸਾਡਾ ਇਹ ਸਵਾਲ ਸਰਕਾਰ ਤੱਕ ਪਹੁੰਚੂਗਾ, ਵੀ ਉਹ ਜਿਹੜਾ ਸਾਡਾ ਮਤਲਬ ਧੁੰਦਲਾ ਹੋਇਆ ਭਵਿੱਖ ਹੈ ਇਹਨੂੰ ਉਹ ਸਾਫ਼ ਕਰੂਗੀ, ਸਾਨੂੰ ਉਹ ਮਤਲਬ ਕੋਰਟ ਦੇ ਵਿੱਚ ਸੁਹਿਰਦ ਢੰਗ ਨਾਲ ਪੈਰਵਾਈ ਕਰਦੇ ਹੋਏ ਭਰਤੀ ਨੂੰ ਫੂਕ ਚੜਾਊ। ਹੁਣ ਤੁਸੀਂ ਰਿਜ਼ਾਈਨ ਦੇ ਕੇ ਆਏ ਹੋ, ਪਿੱਛੇ ਜੁਆਇਨ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਇਹ ਸਾਡੇ ਬਹੁਤ ਸਾਰੇ ਸਾਥੀ ਇਹ ਰਿਜ਼ਾਈਨ ਦੇ ਕੇ ਆਏ ਨੇ। ਹੁਣ ਇਹ ਬੜਾ ਟੈਕਨੀਕਲ ਇਸ਼ੂ ਹੈ ਵੀ ਸਾਨੂੰ ਨੋਸ਼ਨਲ ਜੁਆਇਨਿੰਗ ਕਰਾ ਦਿੱਤੀ ਗਈ ਹੈ। ਜੇ ਹੁਣ ਉਹ ਪਿਛਲੇ ਵਿਭਾਗ 'ਚ, ਆਪਣੇ ਪਿੱਤਰੀ ਵਿਭਾਗ 'ਚ ਜਾਂਦੇ ਨੇ ਤਾਂ ਉਹ ਕਹਿਣਗੇ ਵੀ ਨਵੀਂ ਨੌਕਰੀ ਤੋਂ ਰਿਜ਼ਾਈਨ ਕਰਕੇ ਆਓ। ਜੇ ਹੁਣ ਉਹ ਇੱਧਰ ਰਿਜ਼ਾਈਨ ਕਰਕੇ ਚਲੇ ਜਾਂਦੇ ਨੇ, ਇਹਦਾ ਮਤਲਬ ਹੈ ਵੀ ਉਹ ਆਪਣੀ ਜਿਹੜੀ ਇਹ ਸੀਟ ਹੈ ਸਹਾਇਕ ਪ੍ਰੋਫੈਸਰ ਵਾਲੀ, ਇਹ ਖਾਲੀ ਕਰਾਉਣਗੇ। ਵੀ ਸਰਕਾਰੀ ਨੌਕਰੀ ਤਾਂ ਲੱਗ ਗਈ ਪਰ ਬੇਰੁਜ਼ਗਾਰ ਹੋ ਫਿਰ ਵੀ। ਉਹ ਤਾਂ ਹੈਗਾ ਹੀ ਆ ਜੀ। ਹੁਣ ਮਤਲਬ ਅਸੀਂ ਤਾਂ, ਸਾਨੂੰ ਖੁਦ ਨਹੀਂ ਮਹਿਸੂਸ ਹੋ ਰਿਹਾ ਵੀ ਅਸੀਂ ਕੀ ਡਿਫਾਈਨ ਕਰੀਏ ਆਪਣੇ ਆਪ ਨੂੰ। ਬੇਰੁਜ਼ਗਾਰ ਕਹੀਏ, ਰੋਜ਼ਗਾਰ ਪ੍ਰਾਪਤ ਕਰਨ ਵਾਲੇ ਕਹੀਏ, ਵੀ ਅਸੀਂ ਉਹੀ ਹੈ ਨਾ ਵੀ ਹਵਾ ਵਿੱਚ ਲਟਕੇ ਹੋਏ ਪ੍ਰੋਫੈਸਰ ਕਹਿ ਸਕਦੇ ਹਾਂ, ਜਿਨ੍ਹਾਂ ਕੋਲੇ ਨਾ ਸਟੇਸ਼ਨ ਨੇ, ਜਿਨ੍ਹਾਂ ਕੋਲੇ ਨਾ ਤਨਖਾਹਾਂ ਨੇ, ਬਸ ਉਹ ਉਡੀਕ ਰਹੇ ਨੇ। ਸਾਰੇ ਸਿਲੈਕਟਡ ਕੈਂਡੀਡੇਟ ਨੇ। ਅਪਾਇੰਟਮੈਂਟ ਲੈਟਰ ਵੀ ਸਾਨੂੰ 1 ਮਹੀਨਾ ਪਹਿਲਾਂ ਸੇਮ ਇਸੇ ਡੇਟ ਨੂੰ ਦਿੱਤਾ ਹੈਗਾ ਪੰਜਾਬ ਸਰਕਾਰ ਨੇ। ਪੰਜਾਬ ਸਰਕਾਰ ਦੇ ਦੇਖੋ ਕਿੰਨੇ ਨੇ ਐਗਜ਼ਾਮ ਦਿੱਤੇ ਸੀ? ਕਿੰਨੇ ਤੁਸੀਂ ਪ੍ਰੋਫੈਸਰ ਇਕੱਠੇ ਹੋਏ? 12,425 ਜਿਹੜੇ ਕੈਂਡੀਡੇਟ ਨੇ ਉਹ ਇਸ ਐਗਜ਼ਾਮ 'ਚ ਬੈਠੇ ਸੀ 1158 ਪੋਸਟਾਂ ਦੇ ਅਗੇਂਸਟ। ਕਿੰਨਿਆਂ ਨੂੰ ਹੁਣ ਮਿਲ ਚੁੱਕਿਆ ਸੀ ਜੁਆਇਨਿੰਗ ਲੈਟਰ? ਲਗਭਗ 700 ਤੇ 3 ਕੋ ਕੈਂਡੀਡੇਟਸ ਨੇ, 704 ਜਿਨ੍ਹਾਂ ਨੂੰ ਇਹ ਅਪਾਇੰਟਮੈਂਟ ਲੈਟਰ ਮਿਲ ਚੁੱਕੇ ਹੈ, ਔਰ ਕਈਆਂ ਨੂੰ ਤਾਂ 211 ਕੁ ਕੈਂਡੀਡੇਟਸ ਨੇ ਜਿਹੜੇ ਕਿ ਜੁਆਇਨ ਕਰ ਚੁੱਕੇ ਨੇ। ਜੁਆਇਨਿੰਗ ਲੈਟਰ ਤੁਹਾਨੂੰ ਮਿਲ ਗਏ ਨੇ, ਫਿਰ ਰਿਜ਼ਾਈਨ ਕੀਤਾ ਜਿੱਥੇ ਪੁਰਾਣੀਆਂ ਨੌਕਰੀਆਂ ਤੁਸੀਂ ਕਰਦੇ ਸੀ? ਤਾਂ ਹੁਣੇ ਰਿਜ਼ਾਈਨ ਦਿਓ ਉੱਥੇ, ਤਾਂ ਜ਼ਬਰਦਸਤੀ ਲੋਕਾਂ ਤੋਂ ਰਿਜ਼ਾਈਨ ਲਏ ਗਿਆ। ਸੈਂਕੜੇ ਉਮੀਦਵਾਰ ਆ ਜਿਨ੍ਹਾਂ ਤੋਂ ਰਿਜ਼ਾਈਨ ਲਏ ਗਏ। ਤੁਸੀਂ ਪਿੱਛੇ ਰਿਜ਼ਾਈਨ ਕਰਕੇ ਅੱਗੇ ਆਏ ਹੋ? ਹਾਂਜੀ ਬਿਲਕੁਲ ਸਰ, ਜਿਸ ਦਿਨ ਜੁਆਇਨ ਕਰਵਾਇਆ ਸੀ, ਅੱਜ ਮਹੀਨਾ ਹੋ ਗਿਆ ਪੂਰਾ, ਤਾਂ ਉਸ ਦਿਨ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਆਪਣੇ ਪਿਛਲੀਆਂ ਸੰਸਥਾਵਾਂ ਤੋਂ ਰਿਜ਼ਾਈਨ ਕਰ ਦਿਓ, ਇੱਥੇ ਜੁਆਇਨ ਕਰ ਚੁੱਕੇ ਹੋ ਤੇ ਤੁਹਾਡੀ ਸੈਲਰੀ ਵੀ ਪੈਣੀ ਸ਼ੁਰੂ ਹੋ ਗਈ ਆ। ਤੇ ਸਰ ਇਹ ਅੱਜ 3 ਤਰੀਕ ਆ ਗਈ, ਤੁਹਾਡੇ ਸਾਹਮਣੇ ਹੀ ਆ, ਕੁਛ ਵੀ ਨਹੀਂ, ਸਾਡੇ ਕੋਲ ਕੋਈ ਸਟੇਸ਼ਨ ਹੀ ਨਹੀਂ ਹੈਗਾ। ਤਨਖਾਹ ਦੀ ਗੱਲ ਕਰਨੇ, ਤਨਖਾਹ ਆਈ ਹੈ? ਨਹੀਂ ਜੀ, ਤਨਖਾਹ ਨਹੀਂ ਆਈ, ਸਟੇਸ਼ਨ ਹੀ ਨਹੀਂ ਮਿਲੇਗੀ। ਸਟੇਸ਼ਨ ਮਿਲ ਗਏ ਉਹਨਾਂ ਨੂੰ ਵੀ ਨਹੀਂ ਆਈ, ਤਨਖਾਹ ਨਹੀਂ ਆਏਗੀ। ਕੋਰਟ ਦੇ ਵਿੱਚ ਬਲਕਿ ਸ਼ਾਇਦ ਅਸੀਂ ਇਹ ਵੀ ਸੁਣਿਆ ਸੀਗਾ ਕਿ ਸਰਕਾਰ ਕੋਰਟ 'ਚ ਵੀ ਇਹ ਕਹਿ ਰਹੀ ਹੈ ਕਿ ਅਸੀਂ ਬਿਨਾਂ ਤਨਖਾਹ ਤੋਂ ਜੁਆਇਨ ਕਰਵਾ ਲਾਂਗੇ। ਤਾਂ ਮਤਲਬ ਇਸ ਤਰ੍ਹਾਂ ਦੀਆਂ ਹਰਕਤਾਂ ਸਰਕਾਰ ਕਰ ਰਹੀ ਹੈਗੀ, ਕੋਰਟ ਦੇ ਵਿੱਚ ਮਤਲਬ ਸੁਹਿਰਦਤਾ ਨਾਲ ਪੇਸ਼ ਨਹੀਂ ਹੋ ਰਹੀ। ਹੁਣ ਜਿਵੇਂ ਮੈਡਮ ਨੇ ਕਿਹਾ ਵੀ 50 ਸਾਲ ਉਮਰ ਹੈ, 58 ਸਾਲ ਦੀ ਉਮਰ 'ਚ ਰਿਟਾਇਰਮੈਂਟ ਹੋ ਜਾਂਦੀ ਹੈ, 8 ਸਾਲ ਬੱਚੇ ਨੇ, ਜੁਆਇਨਿੰਗ ਹੋ ਚੁੱਕੀ ਹੈ, ਤਨਖਾਹ ਦੀ ਗੱਲ ਕਰਨੀ, ਤਨਖਾਹ ਆਈ ਨਹੀਂ, ਉਹ ਪਿੱਛੇ ਨੌਕਰੀ ਛੱਡ ਦਿੱਤੀ ਹੈ। ਹੁਣ ਘਰ ਪਰਿਵਾਰ ਕਿਵੇਂ ਚੱਲੂਗਾ? ਪਿੱਛੇ ਵੀ ਨੌਕਰੀਆਂ ਛੱਡ ਕੇ ਤੁਸੀਂ ਆ ਗਏ ਹੋ। ਕਿਉਂਕਿ ਸਰਕਾਰੀ ਰੈਗੂਲਰ ਜੌਬ ਤਾਂ ਪਿਛਲੇ 25 ਸਾਲਾਂ 'ਚ ਆਈ ਨਹੀਂ, ਤਾਂ ਮਜਬੂਰੀ 'ਚ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਂ ਕਿਤੇ ਠੇਕਾ ਆਧਾਰਿਤ, ਕਿਤੇ ਗੈਸਟ ਫੈਕਲਟੀ ਆਧਾਰਿਤ, ਇਸੇ ਤਰ੍ਹਾਂ ਦੀਆਂ ਵੱਖ-ਵੱਖ ਕਿਸਮ ਦੀਆਂ ਜੌਬਸ ਕਰ ਰਹੇ ਸੀ, ਜਿੱਥੇ ਮਾਨਸਿਕ ਦੇ ਨਾਲ ਆਰਥਿਕ ਸ਼ੋਸ਼ਣ ਵੀ ਹੋ ਰਿਹਾ ਸੀ। ਇਸ ਰਿਕਰੂਟਮੈਂਟ ਆਉਣ ਦੇ ਨਾਲ ਇੱਕ ਆਸ ਵੱਜੀ ਸੀ ਵੀ ਸ਼ਾਇਦ ਭਵਿੱਖ ਸੰਵਰੇਗਾ। ਨਿੱਤ ਅਖਬਾਰ ਭਰੇ ਹੁੰਦੇ ਨੇ, ਸਿਆਸੀ ਪਾਰਟੀਆਂ ਵਾਅਦੇ ਕਰ ਰਹੀਆਂ ਨੇ, ਕੋਈ ਬੱਸਾਂ ਦਾ ਸਫ਼ਰ ਫ੍ਰੀ ਕਰ ਰਿਹਾ, ਕੋਈ ਬਿਜਲੀ ਯੂਨਿਟਾਂ ਲੈ ਕੇ ਕਹਿ ਰਿਹਾ ਕਿ ਬਿਜਲੀ ਮੁਫਤ ਹੋਏਗੀ। ਤਾਂ ਇੱਕ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ, ਇਹ ਸਹਾਇਕ ਪ੍ਰੋਫੈਸਰ ਨੇ, ਇੱਕ ਪੋਸਟਾਂ ਨਿਕਲੀਆਂ ਸੀ ਅਖਬਾਰ ਦੇ ਵਿੱਚ ਅਕਤੂਬਰ ਮਹੀਨੇ 2021 ਦੇ ਵਿੱਚ ਪੋਸਟਾਂ ਨਿਕਲੀਆਂ ਸੀ। ਉਸ ਤੋਂ ਬਾਅਦ ਇਹਨਾਂ ਸਾਰੇ ਜੋ ਇਸ ਸਮੇਂ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ, ਇਹਨਾਂ ਸਾਰਿਆਂ ਸਹਾਇਕ ਪ੍ਰੋਫੈਸਰਾਂ ਨੇ ਪੋਸਟਾਂ ਫਿਲ ਕੀਤੀਆਂ। ਉਸ ਤੋਂ ਬਾਅਦ ਪੇਪਰ ਹੁੰਦਾ, ਪੇਪਰ ਤੋਂ ਬਾਅਦ ਜੁਆਇਨਿੰਗ ਲੈਟਰ ਵੀ ਮਿਲ ਜਾਂਦੇ ਨੇ, ਪਰ ਉਸ ਤੋਂ ਬਾਅਦ ਜਾ ਕੇ ਕੋਰਟ ਵਿੱਚ ਸਟੇ ਲੱਗ ਜਾਂਦਾ ਹੈ। 1158 ਜੋ ਸਹਾਇਕ ਪ੍ਰੋਫੈਸਰ ਸਨ ਉਹ ਪਾਸ ਹੋ ਜਾਂਦੇ ਨੇ, ਪਰ 700 ਦੇ ਕਰੀਬ ਜੁਆਇਨਿੰਗ ਲੈਟਰ ਦੇ ਦਿੱਤੇ ਜਾਂਦੇ ਨੇ, ਬਾਅਦ ਵਿੱਚ ਕੋਰਟ ਦਾ ਸਟੇ ਲੱਗ ਜਾਂਦਾ। ਜਦੋਂ ਇਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਗਏ, ਇੱਕ ਗੱਲ ਕਹੀ ਗਈ, ਜਿਹੜੇ ਸ਼ਖਸ ਨੌਕਰੀ ਕਰਦੇ ਨੇ ਪਹਿਲਾਂ ਉੱਥੋਂ ਰਿਜ਼ਾਈਨ ਦਿਓ, ਉਸ ਤੋਂ ਬਾਅਦ ਇਹ ਸਰਕਾਰੀ ਨੌਕਰੀ ਜੁਆਇਨ ਕਰ ਸਕਦੇ ਨੇ। ਇਹਨਾਂ ਵਿੱਚੋਂ ਰਿਜ਼ਾਈਨ ਕੀਤੇ ਗਏ 700 ਵਿਅਕਤੀਆਂ ਨੇ ਰਿਜ਼ਾਈਨ ਕੀਤੇ, ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਮਿਲੇ ਸੀ, ਪਰ ਨੌਕਰੀ ਹੁਣ ਤੱਕ ਨਹੀਂ ਮਿਲੀ। ਨਾ ਇਸ ਪਾਸੇ ਦੇ ਨੇ ਨਾ ਉਸ ਪਾਸੇ ਦੇ ਨੇ, ਜੁਆਇਨ ਹੋ ਚੁੱਕੇ ਨੇ, ਜੁਆਇਨਿੰਗ ਹੋ ਚੁੱਕੀ ਹੈ, ਤਨਖਾਹ ਨਹੀਂ ਆ ਰਹੀ, ਕੋਰਟ ਨੇ ਸਟੇ ਕਰ ਦਿੱਤਾ ਹੈ। ਹੁਣ ਇਹ ਮਾਮਲਾ ਕੋਰਟ ਵਿੱਚ ਚਲਾ ਗਿਆ, ਪਰ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਸਰਕਾਰ ਨੇ ਜੇ ਇਹਨਾਂ ਨੂੰ ਜੁਆਇਨ ਕਰਾਇਆ, ਸਰਕਾਰ ਸਪਸ਼ਟ ਕਹਿ ਕਿਉਂ ਨਹੀਂ ਦੀ ਵੀ ਇਹ ਜਿਹੜੀ ਜੁਆਇਨਿੰਗ ਹੋ ਚੁੱਕੀ ਹੈ ਉਹ ਆ ਕੇ ਜੁਆਇਨ ਕਰ ਸਕਦੇ ਨੇ। ਜੇ ਕੋਰਟ ਵਿੱਚ ਮਾਮਲਾ ਗਿਆ, ਕੋਰਟ ਵਿੱਚ ਵੀ ਸਰਕਾਰ ਕਿਉਂ ਨਹੀਂ ਆਪਣਾ ਸਪਸ਼ਟੀਕਰਨ ਦੇ ਰਹੀ ਹੈ। ਹੁਣ ਇਹ ਜਿੰਨੇ ਵੀ ਸ਼ਖਸ ਬੈਠੇ ਨੇ ਪੁਰਾਣੀ ਜਗ੍ਹਾ ਤੋਂ ਰਿਜ਼ਾਈਨ ਕਰਕੇ ਇੱਕ ਆਸ ਦੇ ਨਾਲ ਸਰਕਾਰੀ ਨੌਕਰੀ ਵੱਲ ਇਹਨਾਂ ਦਾ ਕਦਮ ਵਧਿਆ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਆਸ ਜਿਹੜੀ ਹੈ ਉਹ ਧੁੰਦਲੀ ਨਜ਼ਰ ਆ ਰਹੀ ਹੈ।
ਹੁਣ ਇਹਨਾਂ ਨਾਲ ਗੱਲਬਾਤ ਕਰਾਂਗੇ, ਸਾਰਾ ਮੁੱਦਾ ਕੀ ਸੀ, ਕਦੋਂ ਚਿੱਠੀ ਨਿਕਲੀ, ਉਸ ਤੋਂ ਪਹਿਲੇ ਕਿਹੜੇ ਪ੍ਰੋਟੈਸਟ ਕੀਤੇ, ਕਿੰਨਾ ਦੇ ਨੇਤਾਵਾਂ ਨੇ ਜਾ ਕੇ ਨੇ ਦਰਵਾਜ਼ੇ ਖੜਕਾਏ ਵੀ ਸਹਾਇਕ ਪੋਸਟਾਂ ਕੱਢ ਦਿਓ। ਲਗਭਗ 25 ਸਾਲ ਬਾਅਦ ਇਹ ਪੋਸਟਾਂ ਨਿਕਲੀਆਂ ਸੀ, ਪਰ 25 ਸਾਲ ਬਾਅਦ ਵੀ ਕਿਤੇ ਵੀ ਇਹਨਾਂ ਨੂੰ ਹੁਣ ਆਸ ਜਿਹੜੀ ਆ ਉਹ ਲੱਗ ਨਹੀਂ ਦੀ। ਭਾਈ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਬਲਵਿੰਦਰ ਸਿੰਘ। ਅਕਤੂਬਰ ਤੋਂ ਪਹਿਲਾਂ ਜਾਣਾ ਚਾਹਾਂਗਾ, ਤੁਸੀਂ ਲਗਾਤਾਰ ਪ੍ਰੋਟੈਸਟ ਵੀ ਕਰਦੇ ਰਹੇ, ਹਰ ਇੱਕ ਦਾ ਦਰਵਾਜ਼ਾ ਵੀ ਖੜਕਾਇਆ, ਕਿੰਨੇ ਸਾਲਾਂ ਬਾਅਦ ਇਹ ਪੋਸਟਾਂ ਨਿਕਲੀਆਂ ਸਨ? ਇਹ ਪੋਸਟਾਂ 25 ਸਾਲਾਂ ਬਾਅਦ ਨਿਕਲੀਆਂ, ਜਨਤਕ ਦਬਾਅ ਕਰਕੇ ਨਿਕਲੀਆਂ। ਅਸੀਂ ਸਰਕਾਰੀ ਕਾਲਜ ਬਚਾਓ ਮੰਚ ਵੱਲੋਂ ਤੇ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਤੇ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਲਗਾਤਾਰ ਜਿਹੜੇ ਸਰਕਾਰੀ ਕਾਲਜਾਂ ਦੇ ਅੰਕੜੇ ਲੋਕਾਂ ਸਾਹਮਣੇ ਪੇਸ਼ ਕੀਤੇ ਸਰਕਾਰ ਸਾਹਮਣੇ, ਤੇ ਸਰਕਾਰ ਨੂੰ ਮਜਬੂਰਨ ਇਹ ਪੋਸਟਾਂ ਕੱਢਣੀਆਂ ਪਈਆਂ। ਸਰਕਾਰ ਨੇ ਪੋਸਟਾਂ ਜਦੋਂ ਕੱਢੀਆਂ ਸੀ ਇਹ ਵਾਲੀਆਂ, ਤਾਂ ਉਸ ਤੋਂ ਬਾਅਦ ਜੁਆਇਨਿੰਗ ਉਸ ਹੋ ਥੋੜਾ ਪਿੱਛੇ ਜਾਣਾ, ਪਹਿਲਾਂ ਵੀ ਤੁਹਾਡੇ ਮੈਂ ਇੰਟਰਵਿਊ ਕੀਤੇ ਨੇ, ਪ੍ਰੋਟੈਸਟ ਵੀ ਕਰਦੇ ਨੇ ਜਾ ਕੇ, ਲੱਗਦਾ ਵੀ ਸਰਕਾਰ ਨੇ ਪੋਸਟਾਂ ਤਾਂ ਕੱਢੀਆਂ, ਚੋਣਾਂ ਹੈਗੀਆਂ ਸੀ ਨੇੜੇ, ਵੀ ਲੁਭਾਇਆ ਜਾ ਸਕੇ। ਬਿਲਕੁਲ ਜੀ, ਅਸੀਂ ਇਹੀ ਕਵਾਂਗੇ। ਬਾਕੀ ਸਾਡਾ ਮਤਲਬ ਇਹ ਨਹੀਂਗਾ ਕਿ ਇਹ ਚੋਣਾਂ ਨੇੜੇ ਕੱਢੀਆਂ, ਮਤਲਬ ਸਾਡਾ ਮਤਲਬ ਅਸੀਂ 1158 ਸਹਾਇਕ ਫਰੰਟ ਪੰਜਾਬ ਦੇ ਅਸੀਂ ਲਗਾਤਾਰ ਪ੍ਰੋਟੈਸਟ ਕਰ ਰਹੇ ਹਾਂ ਕੰਟੀਨਿਊਟੀ ਦੇ ਵਿੱਚ। ਸਾਡੀ ਮੰਗ ਇਹ ਹੈ ਕਿ ਜਦੋਂ ਸਾਰਾ ਪ੍ਰੋਸੈਸ ਪੂਰਾ ਹੋ ਚੁੱਕਾ, ਕੈਂਡੀਡੇਟ ਨੇ ਜੋ ਕੁਝ ਕਰਨਾ ਸੀ, ਪੇਪਰ ਦੇਣਾ ਸੀ, ਮੈਟ 'ਚ ਆਉਣਾ ਸੀ, ਉਹ ਆ ਚੁੱਕੇ ਆ। ਹੁਣ ਸਰਕਾਰ ਦੇ ਅੱਗੇ ਜਿਹੜਾ ਸਰਕਾਰ ਨੇ ਪ੍ਰੋਸੈਸ ਕਰਨਾ ਸੀ, ਸਰਕਾਰ ਪਹਿਲਾਂ ਉਹਦੇ 'ਚ ਕੁਝ ਕਮੀਆਂ ਛੱਡ ਰਹੀ ਆ। ਕੁਝ ਵਿਅਕਤੀ ਕੋਰਟ 'ਚ ਚਲੇ ਗਏ, ਜਦੋਂ ਕੋਰਟ 'ਚ ਚਲੇ ਗਏ ਸਰਕਾਰ ਜਿਹੜੀਆਂ ਉੱਥੇ ਰਿਟਾਂ ਗਈਆਂ ਉਹਨਾਂ ਦੇ ਪ੍ਰੋਪਰ ਜਵਾਬ ਨਹੀਂ ਦੇ ਰਹੀ। ਤਾਂ ਸਾਨੂੰ ਸਰਕਾਰ ਦੀ ਮਨਸ਼ਾ ਤੇ ਸ਼ੱਕ ਆ, ਕਿਉਂਕਿ ਪਿਛਲੀਆਂ ਸਰਕਾਰਾਂ ਦਾ ਇਹ ਹਿਸਟਰੀ ਰਹੀ ਆ, 30 ਸਾਲ ਕੇਸ ਚੱਲਦੇ ਆ, ਕੋਈ 20 ਸਾਲ ਕੇਸ ਚੱਲਦਾ, ਤਾਂ ਉਹ ਹੁਣ ਜੁਆਇਨ ਕਰ ਰਹੇ ਆ ਪਰਸਨ। ਤਾਂ ਅਸੀਂ ਵੀ ਮਤਲਬ ਰਿਟਾਇਰਮੈਂਟ ਦੇ ਨੇੜੇ ਜਾ ਕੇ ਜੁਆਇਨ ਕਰਾਂਗੇ। ਸਾਰਿਆਂ ਦੇ ਕੋਲ, ਬਹੁਤ ਸਾਰਿਆਂ ਕੋਲ ਜੁਆਇਨਿੰਗ ਲੈਟਰ ਆ, ਕਿਸੇ ਕੋਲ ਜੁਆਇਨਿੰਗ ਲੈਟਰ ਵੀ ਨਹੀਂ ਸਰਕਾਰ ਨੇ ਦਿੱਤਾ। ਤਾਂ ਸਾਡੀ ਮੰਗ ਇਹੀ ਆ ਸਰਕਾਰ ਤੋਂ ਕਿ ਸਰਕਾਰ ਕੋਰਟ ਵਿੱਚ ਸੁਚੱਜੇ ਢੰਗ ਨਾਲ ਪੈਰਵਾਈ ਕਰੇ। ਭਾਜੀ ਜਿਵੇਂ ਤੁਹਾਡੇ ਸਾਥੀ ਕਹਿੰਦੇ ਨੇ ਪ੍ਰੋਟੈਸਟ ਕੀਤੇ ਨੇ, ਅਕਤੂਬਰ ਵਿੱਚ ਅਖਬਾਰ ਵਿੱਚ ਐਡ ਆਉਂਦੀ ਹੈ, ਐਡ 'ਚ ਲਿਖਿਆ ਕੀ ਹੁੰਦਾ? ਐਡ ਦੇ ਵਿੱਚ ਜੋ ਵੀ UGC ਦੇ ਗਾਈਡਲਾਈਨਸ ਨੇ ਉਹਨਾਂ ਦੇ ਹਿਸਾਬ ਨਾਲ ਜਿਹੜੀ ਹੈਗੀ ਹੈ ਉਹੀ ਸਿਲੇਬਸ ਸੀ ਜੋ UGC ਵਾਲਾ ਹੈ, ਔਰ ਜੋ ਉਹਨਾਂ ਨੇ ਐਲੀਜੀਬਿਲਟੀਜ਼ ਦੱਸੀਆਂ ਸੀ ਉਹੀ ਉਹਨਾਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਹੈ, ਔਰ ਉਹਨਾਂ ਨੇ ਆਪਦਾ ਐਗਜ਼ਾਮ ਦਿੱਤਾ ਹੈ। ਔਰ 1158 ਇਹਨਾਂ ਚੋਂ ਕੁਛ ਕੁ ਰਿਜ਼ਲਟ ਰੁਕੇ, 4 ਸਬਜੈਕਟਾਂ ਦੇ, ਬਾਕੀ ਰਿਜ਼ਲਟ ਆ ਚੁੱਕੇ ਆ। ਸਾਰੇ ਸਿਲੈਕਟਡ ਕੈਂਡੀਡੇਟ ਨੇ। ਅਪਾਇੰਟਮੈਂਟ ਲੈਟਰ ਵੀ ਸਾਨੂੰ 1 ਮਹੀਨਾ ਪਹਿਲਾਂ ਸੇਮ ਇਸੇ ਡੇਟ ਨੂੰ ਦਿੱਤਾ ਹੈਗਾ ਪੰਜਾਬ ਸਰਕਾਰ ਦੇ। ਦੇਖੋ ਕਿੰਨੇ ਨੇ ਐਗਜ਼ਾਮ ਦਿੱਤੇ ਸੀ, ਕਿੰਨੇ ਤੁਸੀਂ ਪ੍ਰੋਫੈਸਰ ਇਕੱਠੇ ਹੋਏ? 12,425 ਜਿਹੜੇ ਕੈਂਡੀਡੇਟ ਨੇ ਉਹ ਇਸ ਐਗਜ਼ਾਮ 'ਚ ਬੈਠੇ ਸੀ 1158 ਪੋਸਟਾਂ ਦੇ ਅਗੇਂਸਟ। ਪਰ 1158 ਪੋਸਟਾਂ 'ਚ ਪਾਸ ਹੋ ਗਏ, ਕਿੰਨਿਆਂ ਨੂੰ ਹੁਣ ਮਿਲ ਚੁੱਕੇ ਸੀ ਜੁਆਇਨਿੰਗ ਲੈਟਰ? ਲਗਭਗ 700 ਤੇ 3 ਕੋ ਕੈਂਡੀਡੇਟਸ ਨੇ, 704 ਜਿਨ੍ਹਾਂ ਨੂੰ ਇਹ ਅਪਾਇੰਟਮੈਂਟ ਲੈਟਰ ਮਿਲ ਚੁੱਕੇ ਹੈ, ਔਰ ਕਈਆਂ ਨੂੰ ਤਾਂ 211 ਕ ਕੈਂਡੀਡੇਟਸ ਨੇ ਜਿਹੜੇ ਕਿ ਜੁਆਇਨ ਕਰ ਚੁੱਕੇ ਨੇ। 211 ਜੁਆਇਨਿੰਗ ਹੋ ਚੁੱਕੀ? ਜੁਆਇਨਿੰਗ ਵੀ ਹੋ ਚੁੱਕੀ ਹੈ, ਸਾਡੇ ਕੋਲੇ ਅਪਾਇੰਟਮੈਂਟ ਲੈਟਰ ਹੈ, ਕਈਆਂ ਨੂੰ ਸਟੇਸ਼ਨ ਵੀ ਅਲਾਟ ਹੋ ਚੁੱਕੇ ਆ, ਪਰ ਜੁਆਇਨਿੰਗ ਨਹੀਂ ਮਿਲ ਰਹੀ। ਇਹਦਾ ਮਸਲਾ ਹਾਈ ਕੋਰਟ 'ਚ ਹੈਗਾ, ਔਰ ਹਾਈ ਕੋਰਟ ਨੇ ਸਰਕਾਰ ਤੋਂ ਜਵਾਬ ਮੰਗਿਆ। ਕੁਝ ਕੁ ਸਵਾਲ ਪੁੱਛੇ ਸੀਗੇ, ਔਰ ਕਿੰਨੀਆਂ ਤਰੀਕਾਂ ਪੈ ਚੁੱਕੀਆਂ ਨੇ, 3, 15, 3, 5, 15, 20 4 ਤਰੀਕਾਂ ਨੇੜੇ ਮਾਨਯੋਗ ਹਾਈ ਕੋਰਟ ਨੇ ਸਰਕਾਰ ਨੂੰ ਜਵਾਬ ਮੰਗਣ ਵਾਸਤੇ ਜਿਹੜੀਆਂ ਹੈਗੀਆਂ ਦਿੱਤੀਆਂ, ਔਰ ਲਾਸਟ 'ਚ ਹਾਈ ਕੋਰਟ ਨੂੰ ਇਹੀ ਕਹਿਣਾ ਪਿਆ ਕਿ ਤੁਸੀਂ ਜਵਾਬ ਨਹੀਂ ਲੈ ਕੇ ਆ ਰਹੇ, ਔਰ ਇਸ ਵਾਰ ਜੇ ਤੁਸੀਂ ਜਵਾਬ ਨਾ ਲੈ ਕੇ ਆਏ 50,000 ਰੁਪਏ ਦਾ ਫਾਈਨ ਜਿਹੜਾ ਹੈਗਾ ਤੁਹਾਨੂੰ ਪਾਇਆ ਜਾਊਗਾ। ਸਰਕਾਰ ਫਿਰ ਵੀ ਨਹੀਂ। ਤੁਸੀਂ ਜੁਆਇਨਿੰਗ ਲੈਟਰ, ਭਾਜੀ ਇੱਕ ਹੋਰ ਸਵਾਲ ਹੈ ਕਿ ਜੁਆਇਨਿੰਗ ਲੈਟਰ ਤੁਹਾਨੂੰ ਮਿਲ ਗਏ ਨੇ, ਫਿਰ ਰਿਜ਼ਾਈਨ ਕੀਤਾ ਜਿੱਥੇ ਪੁਰਾਣੀਆਂ ਨੌਕਰੀਆਂ ਤੁਸੀਂ ਕਰ ਰਹੇ ਸੀ? ਜਿਹੜੇ ਸਾਡੇ ਬਹੁਤ ਸਾਰੇ ਕੈਂਡੀਡੇਟ ਸੀਗੇ ਜਿਹੜੇ ਪੁਰਾਣੀਆਂ ਨੌਕਰੀਆਂ ਕਰ ਰਹੇ ਸੀ, ਸਰਕਾਰੀ ਸਕੂਲਾਂ 'ਚ ਜੌਬ ਕਰ ਰਹੇ ਸੀ, ਜਾਂ ਕੋਈ ਕਾਲਜਾਂ ਦੇ ਵਿੱਚ ਕੱਚੀ ਪੱਕੀ ਜੌਬ ਕਰ ਰਹੇ ਸੀ, ਇਵਨ ਕਿ JRF ਲੈ ਰਹੇ ਸੀਗੇ, ਸਟੂਡੈਂਟ ਸਕਾਲਰਸ਼ਿਪ ਦੇ ਨਾਲ ਪੜ੍ਹ ਰਹੇ ਸੀ, MPhil PhD ਕਰ ਰਹੇ ਸੀ, ਉਹਨਾਂ ਤੋਂ ਜ਼ਬਰਦਸਤੀ ਮੌਕੇ ਦੇ ਉੱਪਰ ਉਹਨਾਂ ਨੂੰ 1 ਮਿੰਟ ਵੀ ਨਹੀਂ ਦਿੱਤਾ ਜਾ ਰਿਹਾ ਸੀਗਾ ਕਿ ਹੁਣੇ ਜੁਆਇਨ ਪਾਓ ਆਪਣੇ ਆਨਲਾਈਨ ਤੇ ਤਾਂ ਹੁਣੇ ਰਿਜ਼ਾਈਨ ਦਿਓ ਉੱਥੇ। ਤਾਂ ਜ਼ਬਰਦਸਤੀ ਲੋਕਾਂ ਤੋਂ ਰਿਜ਼ਾਈਨ ਲਏ ਗਿਆ, ਸੈਂਕੜੇ ਉਮੀਦਵਾਰ ਆ ਜਿਨ੍ਹਾਂ ਤੋਂ ਰਿਜ਼ਾਈਨ ਲਏ ਗਏ। ਗੈਸਟ ਫੈਕਲਟੀ ਬਾਰੇ ਕੀ ਕਹਿਣਾ ਚਾਹੋਗੇ, ਕਿਉਂਕਿ ਵੀ ਪ੍ਰੋਟੈਸਟ ਕਰਦੇ ਨੇ? ਦੇਖੋ ਜੀ, ਜੋ ਵੀ ਕੋਈ ਸਰਕਾਰ ਦੇ ਕਿਸੇ ਅਦਾਰੇ ਦੇ ਵਿੱਚ ਉਹ ਅੱਧ-ਪਚੱਧੀ ਨੌਕਰੀ ਜਾਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦਾ, ਉਹਨਾਂ ਦਾ ਇਹ ਸਰਕਾਰ ਤੋਂ ਹੱਕ ਬਣਦਾ ਕਿ ਉਹ ਸਰਕਾਰ ਨੂੰ ਕਹਿਣ ਕਿ ਸਾਡਾ ਕੋਈ ਰੁਜ਼ਗਾਰ ਦਾ ਜੋ ਪੱਕਾ ਪ੍ਰਬੰਧ ਆ ਉਹ ਕੀਤਾ ਜਾਵੇ। ਜਿੱਥੇ ਤੱਕ ਸਾਡੀਆਂ ਇਹ ਪੋਸਟਾਂ ਦਾ ਸਵਾਲ ਆ, ਇਹ ਮੈਂ ਕਲੀਅਰ ਕਰ ਦਿਆਂ ਵੀ ਪੰਜਾਬ ਦੇ ਜੋ ਸਰਕਾਰੀ ਕਾਲਜ ਨੇ ਉਹਨਾਂ 'ਚ 1500 ਦੇ ਕਰੀਬ ਪੋਸਟਾਂ ਜਿਹੜੀਆਂ ਪੁਰਾਣੇ ਸਰਕਾਰੀ ਕਾਲਜ ਉਹਨਾਂ 'ਚ ਖਾਲੀ ਸੀ, ਤੇ 724 ਦੇ ਕਰੀਬ ਨਵੇਂ ਸਰਕਾਰੀ ਜਿਹੜੇ ਕਾਲਜ ਖੋਲ੍ਹੇ ਨੇ 17 ਉਹਨਾਂ 'ਚ ਇਹ ਪੋਸਟਾਂ ਬਣਦੀਆਂ ਸੀ। 2200 ਦੇ ਵਿੱਚੋਂ ਸਰਕਾਰ ਨੇ ਸਿਰਫ ਅੱਧੀਆਂ ਪੋਸਟਾਂ ਕੱਢੀਆਂ ਨੇ 1158। ਜੇ ਸਰਕਾਰ ਚਾਹੇ ਤਾਂ ਉਹ ਸਾਡੀ ਨੌਕਰੀ ਹੈ ਜਿਹੜੀ ਉਹਨੂੰ ਮਤਲਬ ਇਸ ਪ੍ਰਕਿਰਿਆ ਨੂੰ ਪੂਰੀ ਚੜਾਉਣ ਦੇ ਬਾਅਦ ਵੀ ਪੋਸਟਾਂ ਖਾਲੀ ਰਹਿਣਗੀਆਂ, ਉਹ ਕਰ ਸਕਦੀ ਹੈ ਸੈਟਿੰਗ 'ਚ ਕਿਸੇ ਵੀ ਤਰ੍ਹਾਂ। ਅੱਛਾ, ਇੱਕ ਹੋਰ ਵੀ ਕਹਿ ਰਹੀ ਸਰਕਾਰ ਕਹਿ ਰਹੀ ਹੈ ਕਿ UGC ਬਾਰੇ ਕਲੀਅਰ ਨਹੀਂ ਹੈਗੇ, ਜਿਹੜੇ ਯੋਗ ਨਹੀਂ ਗਏ,
ਫਿਰ ਉਹਨਾਂ ਦੀ ਭਰਤੀ ਕਿਵੇਂ ਹੋ ਗਈ ਹੈ? ਦੇਖੋ ਜੀ, ਇਹ ਬਹੁਤ ਸਾਰੇ ਅਜਿਹੇ ਜਿਹੜੇ ਬੰਦੇ ਨੇ ਉਹਨਾਂ ਦੁਆਰਾ ਇਹ ਫੈਲਾਇਆ ਜਾ ਰਿਹਾ ਵੀ ਇਹ UGC ਨਿਯਮਾਂ ਦੇ ਅਨੁਸਾਰ ਭਰਤੀ ਨਹੀਂ ਹੋਈ। UGC ਹੈਗੀ ਹੈ ਜਿਹੜੀ, ਉਹ ਆਪਣੀ ਗਾਈਡਲਾਈਨ ਜਾਰੀ ਕਰਦੀ ਹੈ ਸਾਰੀਆਂ ਸਟੇਟ ਗਵਰਨਮੈਂਟਸ ਲਈ ਵੀ ਜਿਹੜਾ ਮਿਨੀਮਮ ਕ੍ਰਾਈਟੇਰੀਆ ਹੈਗਾ ਉਹ MA ਨੈਟ ਹੈਗਾ। MA ਨੈਟ ਤੋਂ ਬਾਅਦ ਤੁਹਾਡੀ ਹਾਇਰ ਕੁਆਲੀਫਿਕੇਸ਼ਨ ਹੁੰਦੀ ਹੈ। ਤਾਂ ਬੇਸਿਕ ਜਿਹੜਾ ਇਹਨਾਂ ਨੇ ਬੇਸਿਕ ਕੁਆਲੀਫਿਕੇਸ਼ਨ ਰੱਖੀ ਆ ਉਹ UGC ਦੇ ਮੁਤਾਬਕ ਹੀ ਰੱਖੀ ਆ। ਪਰ ਇਹਨਾਂ ਨੇ ਜਿਹੜਾ ਅੱਗੇ, ਕਿਉਂਕਿ ਸਾਡੇ ਪੰਜਾਬ 'ਚ 25 ਸਾਲ ਤੋਂ ਪੋਸਟਾਂ ਨਹੀਂ ਨਿਕਲੀਆਂ ਤੇ ਬਹੁਤ ਸਾਰੇ ਬੰਦੇ ਅਜਿਹੇ ਸੀਗੇ ਜਿਹੜੇ ਇੰਨੇ ਸਮੇਂ ਤੋਂ ਕੰਮ ਕਰ ਰਹੇ ਸੀਗੇ, ਜਿਨ੍ਹਾਂ ਦੀ ਉਮਰ ਵੀ ਲੰਘ ਚੁੱਕੀ ਸੀ, ਤਾਂ ਇਹਨਾਂ ਨੇ ਇੱਕ ਕ੍ਰਾਈਟੇਰੀਆ ਰੱਖ ਲਿਆ ਵੀ ਸੀ ਟੈਸਟ ਰਾਹੀਂ ਬੰਦੇ ਰੱਖਾਂਗੇ। ਤਾਂ ਉਹ ਟੈਸਟ ਇੱਕ ਭਰਤੀ ਪ੍ਰਕਿਰਿਆ ਦਾ ਜਿਹੜਾ ਮੇਨ ਉਹ ਸੀਗਾ, ਉਹ ਟੈਸਟ ਸੀਗਾ ਤੇ ਟੈਸਟ ਰਾਹੀਂ ਅਸੀਂ ਸਾਰੇ ਚੁਣੇ ਗਏ ਆ। ਤੇ UGC ਦੀ ਜਿਹੜੀ ਗਾਈਡਲਾਈਨਸ ਨੇ, ਜਿਹੜੀ ਬੇਸਿਕ ਕੁਆਲੀਫਿਕੇਸ਼ਨ ਹੈਗੀ ਆ, ਉਹ ਜ਼ਰੂਰ ਇਹਨਾਂ ਨੇ ਫੋਲੋ ਕੀਤੀ ਹੋਈ ਆ ਤੇ ਉਹਦੇ ਮੁਤਾਬਕ ਹੀ ਅਸੀਂ ਸਾਰੇ ਆਏ। ਅੱਛਾ, ਹੁਣ ਸਟੇ ਲੱਗੀ ਕਿਉਂ ਹੈ? ਮੇਰਾ ਸਵਾਲ ਹੈ ਕਿ ਸਟੇ ਲਗਾਈ ਕਿਉਂ ਕੋਰਟ ਨੇ? ਸਟੇ ਦਾ ਸਰ ਜਿਹੜਾ ਮੇਨ ਜਿਹੜਾ 3 ਤਰੀਕ ਨੂੰ ਸਟੇ ਹੋਇਆ ਜਦੋਂ ਪਹਿਲੇ ਦਿਨ, ਉਹਦਾ ਮੇਨ ਜਿਹੜੇ ਗਵਰਨਮੈਂਟ ਕਾਲਜ ਦੇ ਵਿੱਚ, ਸਪੈਸ਼ਲੀ ਗਵਰਨਮੈਂਟ ਕਾਲਜ ਦੇ ਵਿੱਚ ਗੈਸਟ ਫੈਕਲਟੀ ਟੀਚ ਕਰ ਰਹੇ ਨੇ, ਉਹਨਾਂ ਨੂੰ 5 ਮਾਰਕਸ ਦਿੱਤੇ ਗਏ ਸੀ ਐਕਸਪੀਰੀਅੰਸ ਦੇ। ਬਟ ਜਿਹੜੇ ਦੂਜੇ ਯੂਨੀਵਰਸਿਟੀਆਂ ਦੇ ਕਨਸਟੀਟਿਊਟ ਕਾਲਜ ਆ ਜਾਂ ਨੇਬਰਹੁੱਡ ਕੈਂਪਸ ਹੈ ਜਾਂ ਜਿਹੜੇ ਪ੍ਰਾਈਵੇਟ ਅਦਾਰੇ ਨੇ, ਉਹਨਾਂ ਦੇ ਐਕਸਪੀਰੀਅੰਸ ਨੂੰ ਕਾਊਂਟ ਨਹੀਂ ਕੀਤਾ ਗਿਆ। ਉਹਨਾਂ ਨੇ ਚੈਲੰਜ ਕੀਤਾ, ਇਸ ਕਰਕੇ ਕੋਰਟ ਦੇ ਵਿੱਚ ਸਟੇ ਹੋ ਗਿਆ ਸੀਗਾ ਸਾਰਾ ਸਿਸਟਮ ਹੈ ਜਿਹੜਾ ਭਰਤੀ ਪ੍ਰਕਿਰਿਆ ਜਿਹੜੀ 3 ਦਸੰਬਰ ਨੂੰ। ਜਿਹੜੇ ਹੁਣ 5 ਨੰਬਰਾਂ ਦੀ ਗੱਲ ਕਰਦੇ ਨੇ, ਜੇ ਸਰਕਾਰ ਕਹਿ ਦੇਵੇ 5 ਨੰਬਰ ਅਸੀਂ ਨਹੀਂ ਪਲੱਸ ਕਰਦੇ, ਫਿਰ ਜਿਨ੍ਹਾਂ ਨੇ ਜੁਆਇਨ ਕੀਤੇ ਨੇ ਉਹਨਾਂ ਦਾ ਉਹਦਾ ਪ੍ਰਭਾਵਿਤ ਹੋਣਗੇ ਨਾ? ਹਾਂਜੀ, ਦੇਖੋ ਜਿਹੜੇ ਬੰਦੇ 5 ਨੰਬਰ ਕਰਕੇ ਪ੍ਰਭਾਵਿਤ ਹੋਏ ਨੇ, ਮਤਲਬ ਗੈਸਟ ਫੈਕਲਟੀ ਦਾ ਜਿਹੜਾ ਨੰਬਰ ਮਿਲਿਆ, ਉਹਨਾਂ ਤੇ ਲਾਜ਼ਮੀ ਤੌਰ ਤੇ ਪ੍ਰਭਾਵ ਪਊਗਾ ਇਸ ਗੱਲ ਦਾ। ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹਨਾਂ ਦੇ ਜਿਹੜੇ ਪਿੱਤਰੀ ਵਿਭਾਗ ਨੇ, ਚਾਹੇ ਉਹ ਪੰਜਾਬ ਸਰਕਾਰ ਦੇ ਹੋਣ ਜਾਂ ਕੋਈ ਪ੍ਰਾਈਵੇਟ ਅਦਾਰੇ ਹੋਣ, ਉਹਨਾਂ ਨਾਲ ਰਾਬਤਾ ਕਾਇਮ ਕਰੇ, ਉਹਨਾਂ ਦੀ ਨੌਕਰੀਆਂ ਨੂੰ ਯਕੀਨੀ ਬਣਾਵੇ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਜਵਾਬਦੇਹੀ ਹੈ। ਜੇਕਰ ਉਹ ਇੱਕ ਮਾਨਯੋਗ ਅਦਾਲਤ ਵਿੱਚ ਇਹ ਕਹਿੰਦੀ ਆ ਵੀ ਅਸੀਂ 5 ਨੰਬਰ ਵਿਡਰਾਅ ਕਰਾਂਗੇ, ਤਾਂ ਸਰਕਾਰ ਨੂੰ ਨਾਲ ਇਹ ਜਵਾਬ ਤਿਆਰ ਕਰਨਾ ਪਊਗਾ ਜਿਹੜੇ ਬੰਦੇ ਇਸ ਗੱਲ ਨਾਲ ਬਾਹਰ ਹੋਣਗੇ, ਅਸੀਂ ਉਹਨਾਂ ਦਾ ਕੀ ਹੱਲ ਕਰਾਂਗੇ। ਤੇ ਸਰਕਾਰ ਨੂੰ ਕਰਨਾ ਚਾਹੀਦਾ, ਅਸੀਂ ਇਹ ਕਹਿੰਦੇ। ਅੱਛਾ, ਜਿਹੜੀ ਰਿਟ ਜਾ ਰਹੀ ਹੈ ਕੋਰਟ ਦੇ ਵਿੱਚ, ਉਹਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਤਾਂ ਫਿਰ ਲੱਗਦਾ ਵੀ ਇਹ ਠੀਕ ਕੰਮ ਹੋ ਰਿਹਾ? ਦੇਖੋ, ਜੋ ਇੱਕ ਤਾਂ ਦੇਖੋ ਵੀ ਕਿਸੇ ਨੂੰ ਵੀ ਇਹ ਸੰਵਿਧਾਨਿਕ ਅਧਿਕਾਰ ਆ ਕਿ ਉਹ ਆਪਦੀ ਕਿਸੇ ਇਤਰਾਜ਼ ਨੂੰ ਲੈ ਕੇ, ਆਪਦੇ ਕਿਸੇ ਸ਼ੰਕਾ ਨੂੰ ਲੈ ਕੇ ਸਰਕਾਰ ਦੇ ਜਾਂ ਕਿਸੇ ਪ੍ਰੋਸੈਸ ਤੇ ਉਹ ਮਾਨਯੋਗ ਹਾਈ ਕੋਰਟ 'ਚ ਪਹੁੰਚ ਸਕਦਾ। ਬਟ ਇੱਕ ਗੱਲ ਕਲੈਰੀਫਾਈ ਕਰਨਾ ਚਾਹੁੰਦੇ ਹਾਂ ਕਿ ਰਿਟਸ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾਤਰ ਇੰਡੀਵਿਜੂਅਲਸ ਵੱਲੋਂ ਦਾਖਲ ਕੀਤੀਆਂ ਗਈਆਂ ਰਿਟਾਂ ਨੇ। ਇੱਕੋ ਵਿਸ਼ੇ ਤੇ ਕਈ ਰਿਟਾਂ ਨੇ। ਇਸ ਤਰ੍ਹਾਂ ਜਿਸ ਤਰ੍ਹਾਂ ਇਹ ਲੱਗਦਾ ਵੀ 70-80 ਰਿਟਾਂ ਨੇ, ਤਾਂ ਮਸਲੇ ਇੰਨੇ ਨਹੀਂ ਹੈਗੇ। ਮਸਲੇ ਸਿਰਫ 3-4 ਹੀ ਨੇ ਜਿਨ੍ਹਾਂ ਨੂੰ ਸਰਕਾਰ ਨੂੰ ਸੁਲਝਾਉਣ ਦੀ ਲੋੜ ਹੈ। ਅੱਛਾ, ਤੁਸੀਂ ਉਹਨੇ ਗੱਲ ਕੀਤੀ ਇੱਕ ਕਿ ਸਟੇਸ਼ਨ ਦੇ ਦਿੱਤੇ ਗਏ। ਜੇ ਸਰਕਾਰ ਨੇ ਸਟੇਸ਼ਨ ਦੇ ਦਿੱਤੇ ਨੇ, ਫਿਰ ਸਰਕਾਰ ਤੁਹਾਡੇ ਨਾਲ ਸਹਿਮਤ ਕਿਉਂ ਨਹੀਂ? ਉਸ ਤੋਂ ਬਾਅਦ ਸਰਕਾਰ ਨੂੰ ਕੋਈ ਨੋਟਿਸ ਆਇਆ ਹੈ ਕਿ ਭਰਤੀ ਸੀਲ ਕਰ ਦਿਓ। ਇਸ ਕਰਕੇ ਕਿਉਂਕਿ ਸਰਕਾਰ ਜਦੋਂ ਰਿਪਲਾਈ ਨਹੀਂ ਕਰ ਪਾ ਰਹੀ, ਡਿਫੈਂਡ ਨਹੀਂ ਕਰ ਪਾ ਰਹੀ, ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਪਾ ਰਹੀ, ਉਹ ਇਸ ਕਰਕੇ ਥੋੜੀ ਉਹਨਾਂ ਨੂੰ ਕੋਈ ਹੈ ਟੈਕਨੀਕਲ ਪ੍ਰੋਬਲਮ। ਜੇ ਸਟੇਸ਼ਨ ਮਿਲ ਗਏ ਨੇ ਤੁਹਾਨੂੰ, ਜਿਵੇਂ ਹੁਣ ਤੁਹਾਡੇ ਨਾਲ ਦੇ ਸਾਥੀ ਕਹਿੰਦੇ ਨੇ ਸਟੇਸ਼ਨ ਮਿਲ ਗਏ ਨੇ, ਜੇ ਸਟੇਸ਼ਨ ਮਿਲੇ ਨੇ, ਫਿਰ ਸਰਕਾਰ ਤੁਹਾਡੇ ਪੱਖ ਵਿੱਚ ਕਿਉਂ ਨਹੀਂ? ਦੇਖੋ, ਜਦੋਂ ਸਰਕਾਰ ਨੇ ਸਟੇ ਹੋਣ ਦੇ ਬਾਵਜੂਦ ਤੇ ਸਟੇਸ਼ਨ ਦੇਣ ਦੀ ਕਾਰਵਾਈ ਆਰੰਭੀ ਆ, ਤਾਂ ਬਹੁਤ ਥੋੜੇ ਸਾਰੇ ਸਾਥੀਆਂ ਨੂੰ ਇਹ ਸਟੇਸ਼ਨ ਮਿਲੇ ਨੇ। ਤੇ ਆਪਦੀ ਇਸ ਕਾਰਵਾਈ ਦਾ ਵੀ ਜਦੋਂ ਹਾਈ ਕੋਰਟ ਨੇ ਉਹਨਾਂ ਤੋਂ ਜਵਾਬ ਮੰਗਿਆ, ਸਰਕਾਰ ਨੇ ਫਿਰ ਉੱਥੇ ਕੋਈ ਜਵਾਬ ਨਹੀਂ ਦਿੱਤਾ। ਤਾਂ ਯਾਨੀ ਸਟੇਸ਼ਨ ਦੇਣ ਵਾਲੀ ਗੱਲ ਨਾਲ ਵੀ ਸਰਕਾਰ ਨੇ ਇਸ ਪ੍ਰੋਸੈਸ ਨੂੰ ਹੋਰ ਜ਼ਿਆਦਾ ਕਾਨੂੰਨੀ ਉਲਝਣਾਂ 'ਚ ਪਾ ਦਿੱਤਾ ਹੈ। ਤਾਂ ਇੱਥੋਂ ਸਾਨੂੰ ਸਰਕਾਰ ਦੀ ਜਿਹੜੀ ਖਦਸ਼ੇ ਆ ਜਾਂ ਸਾਡੇ ਮਨਾਂ 'ਚ ਉਹਨਾਂ ਪ੍ਰਤੀ ਜਾਂ ਮਨਸ਼ੇ ਨੇ, ਉਹ ਹੋਰ ਜ਼ਿਆਦਾ ਜ਼ਾਹਰ ਹੁੰਦੇ ਨੇ ਵੀ ਉਹ ਕਾਨੂੰਨੀ ਪ੍ਰਕਿਰਿਆ 'ਚ ਉਲਝਾਈ ਰੱਖਣਾ ਚਾਹੁੰਦੀ ਆ ਤੇ ਇਹਨੂੰ ਸਿਰੇ ਨਹੀਂ ਚੜਾਉਣਾ ਚਾਹੁੰਦੀ। 1158 ਜੇ ਤੁਸੀਂ ਜੁਆਇਨ ਕਰ ਲੈਂਦੇ ਹੋ ਜੋ ਪ੍ਰੋਫੈਸਰ ਹੋ, ਕਿ ਉਹਦੇ ਨਾਲ ਉਚੇਰੀ ਸਿੱਖਿਆ ਜੋ ਬਚ ਜੂਗੀ, ਕਿ ਕਾਲਜ ਬਚ ਜਾਣਗੇ? ਦੇਖੋ, ਪਿਛਲੇ 25 ਸਾਲਾਂ ਤੋਂ ਜਿਹੜੇ ਪੰਜਾਬ ਦੇ ਸਰਕਾਰੀ ਕਾਲਜ ਨੇ ਉਹਨਾਂ 'ਚ ਪ੍ਰੋਫੈਸਰਾਂ ਦੀ ਕੋਈ ਭਰਤੀ ਨਹੀਂ ਹੋਈ ਤੇ ਤਕਰੀਬਨ 450 ਪ੍ਰੋਫੈਸਰ ਜਿਹੜੇ ਰੈਗੂਲਰ ਨੇ ਉਹ ਉੱਥੇ ਰਹਿ ਗਏ ਨੇ। ਉਹਨਾਂ 'ਚੋਂ ਬਹੁਤ ਸਾਰੇ ਜਣਿਆਂ ਨੇ ਅਗਲੇ ਸਾਲਾਂ ਵਿੱਚ ਰਿਟਾਇਰ ਹੋ ਜਾਣਾ ਤੇ ਇਹ ਇਸ ਤਰ੍ਹਾਂ ਹੋਣ ਨਾਲ ਜਿਹੜਾ ਸਾਡਾ ਸਰਕਾਰੀ ਸਿੱਖਿਆ ਦਾ ਢਾਂਚਾ ਉਹ ਬਿਲਕੁਲ ਬਰਬਾਦ ਹੋ ਜਾਵੇਗਾ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਦੋਂ 1158 ਉੱਥੇ ਜਾਣਗੇ, ਉਹ ਉਹਨਾਂ ਕਾਲਜਾਂ ਨੂੰ ਵੀ ਬਚਾਉਣਗੇ, ਉਹਨਾਂ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਵਧੂਗੀ। ਪਰ ਅਸੀਂ ਇਹ ਨਾਲ ਕਹਿੰਦੇ ਵੀ ਜੇ ਇਸੇ ਤਰ੍ਹਾਂ ਹੀ ਜਿਵੇਂ ਪਹਿਲਾਂ 25 ਸਾਲ ਪਹਿਲਾਂ ਸਟੇ ਲੱਗੀ ਸੀ ਤੇ 25 ਸਾਲ ਲੋਕ ਉਡੀਕਦੇ ਰਹੇ ਵੀ ਅਸੀਂ ਸਰਕਾਰੀ ਕਾਲਜਾਂ ਵਿੱਚ ਨੌਕਰੀਆਂ ਤੇ ਜਾਵਾਂਗੇ, ਤੇ ਹੁਣ ਰਿਟਾਇਰਮੈਂਟ ਦੇ ਨੇੜੇ ਪਹੁੰਚ ਚੁੱਕੇ ਹਾਂ, ਜੇ ਹੁਣ ਵੀ ਇਹ ਸਟੇਆਂ ਲੱਗੀਆਂ ਗਈਆਂ ਤੇ ਅਸੀਂ ਵੀ 25 ਸਾਲ ਉਡੀਕਦੇ ਰਹਾਂਗੇ, ਕਿ ਅਗਲੇ ਭਵਿੱਖ ਵਾਲੇ ਬੰਦਿਆਂ ਨੂੰ ਵੀ ਨੌਕਰੀਆਂ ਦਾ ਕੋਈ ਮੌਕਾ ਨਹੀਂ ਮਿਲੂਗਾ। ਜੇ ਅਸੀਂ ਜਾਵਾਂਗੇ ਤਾਂ ਅੱਗੇ ਨੌਕਰੀਆਂ ਦਾ ਰਾਹ ਖੁੱਲੂਗਾ। ਜਿਵੇਂ ਬਹੁਤ ਸਾਰੀਆਂ ਵੇਕੈਂਟ ਸੀਟਾਂ ਹਜੇ ਵੀ ਰਹਿ ਜਾਂਦੀਆਂ ਨੇ, ਜੇ ਸਟੇਆਂ ਖੁੱਲਣਗੀਆਂ ਤਾਂ ਹੀ ਨੌਕਰੀਆਂ ਅੱਗੇ ਮਿਲਣਗੀਆਂ, ਮਤਲਬ ਤਾਂ ਹੀ ਅੱਗੇ ਢਾਂਚਾ ਬਚੂਗਾ ਨਾ। ਜੇ ਬੰਦੇ ਉੱਥੇ ਕੰਮ ਕਰ ਰਹੇ ਹੋਣਗੇ, ਜੇ ਕੰਮ ਕਰਨ ਵਾਲੇ ਰੈਗੂਲਰ ਬੰਦੇ ਨਹੀਂ ਹੋਣਗੇ ਤਾਂ ਉਹ ਕਾਲਜਾਂ ਨੂੰ ਨਹੀਂ ਬਚਾਇਆ ਜਾ ਸਕਦਾ, ਉੱਥੇ ਵਿਦਿਆਰਥੀਆਂ ਦੀ ਗਿਣਤੀ ਕਾਇਮ ਨਹੀਂ ਰੱਖੀ ਜਾ ਸਕਦੀ, ਕੋਰਸਾਂ ਨੂੰ ਨਹੀਂ ਬਚਾਇਆ ਜਾ ਸਕਦਾ। ਇਸੇ ਨਾਲ ਹੀ ਹੈ, ਤਾਂ ਹੀ ਸਰਕਾਰੀ ਕਾਲਜ ਬਚਣ। ਅੱਛਾ, ਲੱਗਦਾ ਜੋ ਸਟੇ ਹੋਈ ਹੈ ਕਿ
ਇਹ ਕਿਤੇ ਨਾ ਕਿਤੇ ਸਰਕਾਰ ਚਾਹੁੰਦੀ ਸੀ ਵੀ ਸਟੇ ਹੋ ਜਾਵੇ, ਚੋਣਾਂ ਦਾ ਸਮਾਂ ਹੈਗਾ, ਚੋਣਾਂ ਲੰਘਾ ਲਈ ਔਖੀ ਸੌਖੀ ਜਾ ਕੇ ਬਾਅਦ ਚ ਦੇਖਾਂਗੇ ਕੀ ਕਰਨਾ। ਨਹੀਂ ਦੇਖੋ, ਸਾਡੀ ਇਸ ਬਾਰੇ ਬੜੀ ਸਪਸ਼ਟ ਸਮਝ ਆ ਵੀ ਸਟੇ ਅਸੀਂ, ਕਿਉਂਕਿ ਸਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਹੈ ਵੀ ਅਸੀਂ ਇਹਨੂੰ ਅਕਿਊਜ਼ ਕਰੀਏ ਵੀ ਸਰਕਾਰ ਨੇ ਲਗਵਾਈ ਹੈ, ਬਟ ਸਾਡੀ ਜੋ ਸਾਫ਼ ਸਪਸ਼ਟ ਸਮਝ ਆ ਉਹ ਹੈ ਵੀ ਸਰਕਾਰ ਸਟੇ ਵਕੇਟ ਕਰਾਉਣ ਵਾਸਤੇ ਜ਼ਰੂਰ ਸੁਹਿਰਦਤਾ ਨਾਲ ਪੈਰਵਾਈ ਕਰੇ। ਉਹਨਾਂ ਨੂੰ ਸਾਰੇ ਰਿਪਲਾਈ ਜਿਹੜੇ ਕੋਰਟ ਵੱਲੋਂ ਮੰਗੇ ਜਾ ਰਹੇ ਨੇ, ਮਾਨਯੋਗ ਹਾਈ ਕੋਰਟ ਵੱਲੋਂ, ਉਹ ਪ੍ਰੋਪਰ ਰਿਪਲਾਈ ਫਾਈਲ ਕਰਨੇ ਚਾਹੀਦੇ ਨੇ। ਤੁਸੀਂ ਇਹ ਦੇਖੋ ਵੀ ਜੇ ਸਰਕਾਰ ਸੁਹਿਰਦਤਾ ਨਾਲ ਪੈਰਵਾਈ ਕਰਦੀ ਤਾਂ ਮਾਨਯੋਗ ਹਾਈ ਕੋਰਟ ਨੂੰ ਸਰਕਾਰ ਨੂੰ ਝਾੜ ਪਾਉਣ ਦੀ ਲੋੜ ਨਹੀਂ ਪੈਣੀ ਸੀ। ਇਹਦੇ ਲਈ ਇਹ ਖਦਸ਼ਾ ਤਾਂ ਜ਼ਾਹਰ ਹੁੰਦਾ ਵੀ ਸਰਕਾਰ ਇਹ ਭਰਤੀ ਨੂੰ ਲਮਕਾਉਣ ਦੇ ਪੱਖ 'ਚ ਆ ਗਈ ਹੈ ਫਿਲਹਾਲ। ਮੈਮ ਤੁਹਾਡਾ ਨਾਮ ਕੀ ਹੈ? ਅੰਮ੍ਰਿਤ ਕੌਰ। ਤੁਸੀਂ ਵੀ ਡਿਜ਼ਾਈਨ ਕੀਤਾ? ਹਾਂਜੀ ਹਾਂਜੀ ਸਰ, ਬਿਲਕੁਲ। ਤੁਹਾਡੀ ਏਜ ਕਿੰਨੀ ਹੈ? ਮੇਰੀ 50 ਸਾਲ। ਕਿੰਨੀ ਸਾਲ ਦੀ ਉਮਰ ਵਿੱਚ ਜਾ ਕੇ ਪ੍ਰੋਫੈਸਰ ਰਿਟਾਇਰ ਹੋ ਜਾਂਦੇ ਨੇ? ਸਰ ਜੇ ਤੇ ਦੇਖੋ ਉਤਰਾ ਤੇ 60 ਸਾਲ ਆ, ਤੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਲਿਮਿਟ ਲੱਗ ਜਾਏ ਤੇ 58 ਚ ਵੀ ਰਿਟਾਇਰਮੈਂਟ ਹੋ ਸਕਦੀ। ਸਰ ਤੁਸੀਂ ਖੁਦ ਹੀ ਦੇਖ ਲਓ ਕਿ ਕਿੰਨਾ ਕੁ ਟਾਈਮ ਬਚ ਜਾਣਾ ਜੌਬ ਦੇ ਵਿੱਚ। ਅਜੇ ਵੀ ਕੋਈ ਮਤਲਬ ਕਿ ਹੈਗਾ ਨਹੀਂ ਹੈ ਕਿ ਜੌਬ ਮਿਲਣੀ ਹੈ ਕਿ ਨਹੀਂ, ਮਤਲਬ ਕਿ ਮੈਂਟਲ ਸਟ੍ਰੈਸ ਹੀ ਚੱਲਦਾ ਪਿਆ ਸਾਡਾ ਸਾਰਿਆਂ ਦਾ। ਤੁਸੀਂ ਪਿੱਛੇ ਵੀ ਰਿਜ਼ਾਈਨ ਕਰਕੇ ਅੱਗੇ ਆਏ ਹੋ? ਹਾਂਜੀ ਬਿਲਕੁਲ ਸਰ, ਜਿਸ ਦਿਨ ਜੁਆਇਨ ਕਰਵਾਇਆ ਸੀ, ਅੱਜ ਮਹੀਨਾ ਹੋ ਗਿਆ ਪੂਰਾ, ਤਾਂ ਉਸ ਦਿਨ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਆਪਣੇ ਪਿਛਲੀਆਂ ਸੰਸਥਾਵਾਂ ਤੋਂ ਰਿਜ਼ਾਈਨ ਕਰ ਦਿਓ, ਇੱਥੇ ਜੁਆਇਨ ਕਰ ਚੁੱਕੇ ਹੋ ਤੇ ਤੁਹਾਡੀ ਸੈਲਰੀ ਵੀ ਪੈਣੀ ਸ਼ੁਰੂ ਹੋ ਗਈ ਆ। ਤੇ ਸਰ ਇਹ ਅੱਜ 3 ਤਰੀਕ ਆ ਗਈ, ਤੁਹਾਡੇ ਸਾਹਮਣੇ ਹੀ ਆ, ਕੁਛ ਵੀ ਨਹੀਂ, ਸਾਡੇ ਕੋਲ ਕੋਈ ਸਟੇਸ਼ਨ ਹੀ ਨਹੀਂ ਹੈਗਾ। ਤਨਖਾਹ ਦੀ ਗੱਲ ਕਰਨੇ, ਤਨਖਾਹ ਆਈ ਹੈ? ਨਹੀਂ ਜੀ, ਤਨਖਾਹ ਨਹੀਂ ਆਈ, ਸਟੇਸ਼ਨ ਹੀ ਨਹੀਂ ਮਿਲੇਗੀ। ਜਿਹੜੇ ਸਟੇਸ਼ਨ ਮਿਲ ਗਏ ਨੇ ਉਹਨਾਂ ਨੂੰ ਵੀ ਨਹੀਂ ਆਈ, ਤਨਖਾਹ ਨਹੀਂ ਆਏਗੀ। ਕੋਰਟ ਦੇ ਵਿੱਚ ਬਲਕਿ ਸ਼ਾਇਦ ਅਸੀਂ ਇਹ ਵੀ ਸੁਣਿਆ ਸੀਗਾ ਕਿ ਸਰਕਾਰ ਕੋਰਟ 'ਚ ਵੀ ਇਹ ਕਹਿ ਰਹੀ ਹੈ ਕਿ ਅਸੀਂ ਬਿਨਾਂ ਤਨਖਾਹ ਤੋਂ ਜੁਆਇਨ ਕਰਵਾ ਲਾਂਗੇ। ਤਾਂ ਮਤਲਬ ਇਸ ਤਰ੍ਹਾਂ ਦੀਆਂ ਹਰਕਤਾਂ ਸਰਕਾਰ ਕਰ ਰਹੀ ਹੈਗੀ, ਕੋਰਟ ਦੇ ਵਿੱਚ ਮਤਲਬ ਸੁਹਿਰਦਤਾ ਨਾਲ ਪੇਸ਼ ਨਹੀਂ ਹੋ ਰਹੀਗੀ। ਹੁਣ ਜਿਵੇਂ ਮੈਡਮ ਨੇ ਕਿਹਾ ਵੀ 50 ਸਾਲ ਉਮਰ ਹੈ, 58 ਸਾਲ ਦੀ ਉਮਰ 'ਚ ਰਿਟਾਇਰਮੈਂਟ ਹੋ ਜਾਂਦੀ ਹੈ, 8 ਸਾਲ ਬੱਚੇ ਨੇ, ਜੁਆਇਨਿੰਗ ਹੋ ਚੁੱਕੀ ਹੈ, ਤਨਖਾਹ ਦੀ ਗੱਲ ਕਰਨੀ, ਤਨਖਾਹ ਆਈ ਨਹੀਂ, ਉਹ ਪਿੱਛੇ ਨੌਕਰੀ ਛੱਡ ਦਿੱਤੀ ਹੈ। ਹੁਣ ਘਰ ਪਰਿਵਾਰ ਕਿਵੇਂ ਚੱਲੂਗਾ? ਪਿੱਛੇ ਵੀ ਨੌਕਰੀਆਂ ਛੱਡ ਕੇ ਤੁਸੀਂ ਆ ਗਏ ਹੋ। ਬਿਲਕੁਲ ਜੀ, ਬਿਲਕੁਲ। ਲਗਭਗ ਸਾਰੇ ਸਾਥੀ ਜਿਨ੍ਹਾਂ ਨੇ ਅਪਾਇੰਟਮੈਂਟ ਲੈਟਰ ਲਏ ਨੇ, ਉਹਨਾਂ 'ਚੋਂ ਬਹੁਤ ਵੱਡਾ ਹਿੱਸਾ ਆਲਰੇਡੀ ਕੱਚੀਆਂ ਪੱਕੀਆਂ ਨਗੂਣੀਆਂ ਤਨਖਾਹਾਂ ਤੇ ਕੰਟਰੈਕਚੁਅਲ ਜੌਬਸ ਤੇ ਕੰਮ ਕਰ ਰਿਹਾ ਸੀ, ਕਿਉਂਕਿ ਸਰਕਾਰੀ ਰੈਗੂਲਰ ਜੌਬ ਤਾਂ ਪਿਛਲੇ 25 ਸਾਲਾਂ 'ਚ ਆਈ ਨਹੀਂ, ਤਾਂ ਮਜਬੂਰੀ 'ਚ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਂ ਕਿਤੇ ਠੇਕਾ ਆਧਾਰਿਤ, ਕਿਤੇ ਗੈਸਟ ਫੈਕਲਟੀ ਆਧਾਰਿਤ, ਇਸੇ ਤਰ੍ਹਾਂ ਦੀਆਂ ਵੱਖ-ਵੱਖ ਕਿਸਮ ਦੀਆਂ ਜੌਬਸ ਕਰ ਰਹੇ ਸੀ, ਜਿੱਥੇ ਮਾਨਸਿਕ ਦੇ ਨਾਲ ਆਰਥਿਕ ਸ਼ੋਸ਼ਣ ਵੀ ਹੋ ਰਿਹਾ ਸੀ। ਇਸ ਰਿਕਰੂਟਮੈਂਟ ਆਉਣ ਦੇ ਨਾਲ ਇੱਕ ਆਸ ਵੱਜੀ ਸੀ ਵੀ ਸ਼ਾਇਦ ਭਵਿੱਖ ਸੰਵਰੇਗਾ, ਪਰ ਇਹ ਜੋ ਸਾਰਾ ਪ੍ਰੋਸੈਸ ਉਲਝ ਗਿਆ ਹੈ, ਇਹਨੇ ਉਸ ਮਤਲਬ ਆਰਥਿਕ ਤੇ ਮਾਨਸਿਕ ਸ਼ੋਸ਼ਣ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ। ਤੇ ਇਸ ਕੁੱਲ ਸਿਨੈਰੀਓ ਦੇ ਵਿੱਚ ਉਮੀਦਵਾਰਾਂ ਵਾਸਤੇ ਸਰਵਾਈਵ ਕਰਨਾ, ਆਪਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨੀ, ਇੱਕ ਵੱਡਾ ਮਸਲਾ ਖੜਾ ਹੋ ਗਿਆ ਹੈ। ਹੁਣ ਜੁਆਇਨਿੰਗ ਨਹੀਂ ਹੋਈ, ਕੋਰਟ ਵਿੱਚ ਗਏ, ਕੋਰਟ ਵਿੱਚ ਸਰਕਾਰ ਕੀ ਦਲੀਲ ਦਿੰਦੀ ਹੈ? ਤੁਸੀਂ ਵੀ ਆਪਣੇ ਕੋਈ ਵਕੀਲ ਖੜੇ ਕੀਤੇ ਨੇ? ਬਿਲਕੁਲ, ਸਾਨੂੰ ਇਹ ਲੱਗਦਾ ਸੀ ਕਿ ਸਰਕਾਰ ਨੂੰ ਜਿਹੜਾ ਹੈਗਾ ਹਾਈ ਕੋਰਟ ਨੇ ਝਾੜ ਪਾਈ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਸਾਡੇ ਜਿਹੜੇ ਹੈਗੇ ਰਿਪਲਾਈ ਨਹੀਂ ਦੇ ਰਹੇ, ਤਾਂ ਫਿਰ ਸਾਨੂੰ ਮਜਬੂਰਨ ਜਿਹੜੇ ਹੈਗੇ ਆ 4 ਵਕੀਲ ਉੱਥੇ ਖੜੇ ਕਰਨੇ ਪਏ ਹੈ ਤਾਂ ਕਿ ਉਹ ਸਾਨੂੰ ਡਿਫੈਂਡ ਕਰ ਸਕਣ, ਕਿਉਂਕਿ ਅਸੀਂ ਸਰਕਾਰ ਦੁਆਰਾ ਜੋ ਪ੍ਰੋਸੈਸ ਨਿਯਤ ਕੀਤਾ ਗਿਆ ਸੀ ਉਹਦੇ ਤਹਿਤ ਅਸੀਂ ਚੁਣੇ ਹੋਏ, ਅਸੀਂ ਪਾਸ ਹੋ ਕੇ ਇੱਥੇ ਆਏ ਹਾਂ, ਉਸ ਪ੍ਰਕਿਰਿਆ ਨੂੰ ਪੂਰਾ ਕਰਕੇ ਆਏ ਹਾਂ। ਸਾਡਾ ਕੀ ਕਸੂਰ ਹੈ? ਸਾਨੂੰ ਜੁਆਇਨਿੰਗ ਮਿਲਣੀ ਚਾਹੀਦੀ ਹੈ। ਤੇ ਸਰਕਾਰ ਕੀ ਕਹਿੰਦੀ ਹੈ? ਜਦੋਂ ਕੋਰਟ ਵਿੱਚ ਜਾਂਦੇ ਹੋ, ਡੇਟਾਂ ਤਾਂ ਪੈਂਦੀਆਂ ਹੋਣਗੀਆਂ, ਉਹਨਾਂ ਦਾ ਕੀ ਜਵਾਬ ਹੁੰਦਾ? ਉਹ ਦੱਸਦੇ ਹੀ ਹੋਣਗੇ ਜੁਆਇਨਿੰਗ ਹੋਣੀ ਹੈ ਕਿ ਨਹੀਂ ਹੋਣੀ, ਕੀ ਸਮੱਸਿਆ? ਅਜੇ ਤੱਕ ਕੁਝ ਸਪਸ਼ਟ ਨਹੀਂ ਕੀਤਾ, ਇਸੇ ਕਰਕੇ ਤਾਂ ਮਾਣਯੋਗ ਹਾਈ ਕੋਰਟ ਨੂੰ ਇਹ ਕਹਿਣਾ ਪਿਆ ਕਿ ਜੇ ਇਸ ਵਾਰ ਤੁਸੀਂ ਜਵਾਬ ਨਾ ਲੈ ਕੇ ਆਏ ਤਾਂ 50,000 ਦਾ ਫਾਈਨ ਵੀ ਲੱਗੇਗਾ। ਅੱਛਾ, ਉਹਨੇ ਦੱਸ ਦਿਓ ਵੀ ਤੁਸੀਂ ਹੁਣ ਕਿਹੜੇ ਪਾਸੇ ਹੋ? ਜੁਆਇਨਿੰਗ ਤੁਹਾਡੀ ਹੋ ਚੁੱਕੀ ਹੈ, ਤਨਖਾਹ ਆ ਨਹੀਂ ਰਹੀ, ਨਾ ਹੁਣ ਇੱਧਰ ਵਾਲੇ ਹੋ ਤੇ ਨਾ ਤੁਸੀਂ ਉੱਧਰ ਵਾਲੇ ਹੋ। ਇਹ ਸਵਾਲ ਤਾਂ ਦੇਖੋ ਜੀ, ਅਸੀਂ ਤਾਂ ਹਵਾ 'ਚ ਲਟਕੇ ਹੋਏ ਹਾਂ। ਇਹ ਸਵਾਲ ਤਾਂ ਅਸੀਂ ਸਰਕਾਰ ਤੋਂ ਪੁੱਛ ਰਹੇ ਹਾਂ ਤੇ ਤੁਹਾਡੇ ਰਾਹੀਂ ਵੀ ਇਹ ਉਮੀਦ ਕਰਦੇ ਹਾਂ ਵੀ ਸਾਡਾ ਇਹ ਸਵਾਲ ਸਰਕਾਰ ਤੱਕ ਪਹੁੰਚੂਗਾ, ਵੀ ਉਹ ਜਿਹੜਾ ਸਾਡਾ ਮਤਲਬ ਧੁੰਦਲਾ ਹੋਇਆ ਭਵਿੱਖ ਹੈ ਇਹਨੂੰ ਉਹ ਸਾਫ਼ ਕਰੂਗੀ, ਸਾਨੂੰ ਉਹ ਮਤਲਬ ਕੋਰਟ ਦੇ ਵਿੱਚ ਸੁਹਿਰਦ ਢੰਗ ਨਾਲ ਪੈਰਵਾਈ ਕਰਦੇ ਹੋਏ ਭਰਤੀ ਨੂੰ ਪੂਛ ਚੜਾਊ। ਹੁਣ ਜਿਵੇਂ ਤੁਹਾਡੇ ਸਾਥੀ ਨੇ ਕਿਹਾ ਵੀ ਉਮੀਦ ਹੈਗੀ ਹੈ, ਉਮੀਦ ਲੱਗਦੀ ਹੈ ਹਲੇ ਵੀ ਕਿ ਹੋਰ ਲਮਕ ਸਕਦਾ ਕੋਰਟ ਵਿੱਚ ਮਾਮਲਾ? ਆਪਾਂ ਨੂੰ ਪਤਾ ਵੀ ਕਾਫੀ ਸਮੇਂ ਵੀ ਖਿੱਚੇ ਜਾਂਦੇ ਨੇ ਕੋਰਟ ਵਿੱਚ। ਦੇਖੋ, ਇਸ ਸੰਘਰਸ਼ ਨੂੰ ਵਿੱਢਣ ਦਾ ਸਾਡਾ ਮਕਸਦ ਹੀ ਇਹੀ ਹੈ। ਸਾਡੇ ਕੋਲ ਇਤਿਹਾਸ ਦੀ ਉਦਾਹਰਨ ਹੈਗੀ ਆ ਵੀ ਪਿਛਲਾ ਮਸਲਾ ਜਿਹੜਾ 25 ਸਾਲ ਲਟਕਿਆ ਤੇ ਇਤਿਹਾਸ ਦੁਹਰਾਇਆ ਵੀ ਜਾ ਸਕਦਾ। ਸਾਨੂੰ ਅਸੀਂ ਇਹ ਲੱਗਦੇ ਹਾਂ ਵੀ ਸਾਡਾ ਮਸਲਾ ਵੀ 25 ਸਾਲ ਲਟਕ ਸਕਦਾ। ਮੈਂ ਤਾਂ ਰਿਟਾਇਰਮੈਂਟ ਆਲਮੋਸਟ, ਅਸੀਂ ਸਾਰੇ ਸਾਥੀ ਰਿਟਾਇਰਮੈਂਟ, ਕੁਛ ਰਿਟਾਇਰ ਦੀ ਉਮਰ ਲੰਘਾ ਚੁੱਕੇ ਹੋਣਗੇ, ਕੁਛ ਨੇੜੇ ਬਣ ਜਾਣਗੇ। ਮਤਲਬ ਇਸੇ ਡਰ ਤੋਂ ਹੀ ਤਾਂ ਅਸੀਂ ਇਸ ਸੰਘਰਸ਼ ਨੂੰ ਵਿੱਢ ਰਹੇ ਹਾਂ ਵੀ ਇਹ ਮਾਮਲਾ ਨਾ ਲਟਕੇ। ਮਾਨਯੋਗ ਹਾਈ ਕੋਰਟ ਜਿਨ੍ਹਾਂ ਸਵਾਲਾਂ ਬਾਰੇ ਸਰਕਾਰ ਨੂੰ ਕਹਿੰਦੀ ਆ ਉਹਨਾਂ ਬਾਰੇ ਉਹ ਸਪਸ਼ਟ ਤੇ ਕਲੀਅਰ ਜਵਾਬ ਦੇਣ ਤਾਂ ਕਿ ਇਹ ਚੀਜ਼ਾਂ ਲਟਕਣ ਦੀ ਬਜਾਏ ਛੇਤੀ ਰਿਜ਼ੋਲਵ ਹੋ ਸਕਣ। ਹੁਣ ਤੁਸੀਂ ਰਿਜ਼ਾਈਨ ਦੇ ਕੇ ਆਏ ਹੋ, ਪਿੱਛੇ ਜੁਆਇਨ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਇਹ ਸਾਡੇ ਬਹੁਤ ਸਾਰੇ ਸਾਥੀ ਇਹ ਰਿਜ਼ਾਈਨ ਦੇ ਕੇ ਆਏ ਨੇ। ਹੁਣ ਇਹ ਬੜਾ ਟੈਕਨੀਕਲ ਇਸ਼ੂ ਹੈ ਵੀ ਸਾਨੂੰ ਨੋਸ਼ਨਲ ਜੁਆਇਨਿੰਗ ਕਰਾ ਦਿੱਤੀ ਗਈ ਆ। ਜੇ ਹੁਣ ਉਹ ਪਿਛਲੇ ਵਿਭਾਗ 'ਚ, ਆਪਣੇ ਪਿੱਤਰੀ ਵਿਭਾਗ 'ਚ ਜਾਂਦੇ ਨੇ ਤਾਂ ਉਹ ਕਹਿਣਗੇ ਵੀ ਨਵੀਂ ਨੌਕਰੀ ਤੋਂ ਰਿਜ਼ਾਈਨ ਕਰਕੇ ਆਓ।
ਜੇ ਹੁਣ ਉਹ ਇੱਧਰ ਰਿਜ਼ਾਈਨ ਕਰਕੇ ਚਲੇ ਜਾਂਦੇ ਨੇ, ਇਹਦਾ ਮਤਲਬ ਹੈ ਵੀ ਉਹ ਆਪਣੀ ਜਿਹੜੀ ਇਹ ਸੀਟ ਹੈ ਸਹਾਇਕ ਪ੍ਰੋਫੈਸਰ ਵਾਲੀ, ਇਹ ਖਾਲੀ ਕਰਾਉਣਗੇ। ਉਹ ਬਿਲਕੁਲ ਹੀ ਤਲਵਾਰ ਲਟਕੀ ਹੋਈ ਹੈ। ਉਹਨਾਂ ਦੇ ਵਿਭਾਗਾਂ ਦੇ ਮੁਖੀ ਨੇ, ਜਿਹੜੇ ਪ੍ਰਿੰਸੀਪਲਸ ਨੇ, ਉਹ ਕਹਿੰਦੇ ਨੇ ਜਾਂ ਪਿੱਛੇ ਰਿਜ਼ਾਈਨ ਕਰੋ, ਜਾਂ ਹੁਣ ਅਸੀਂ ਇੱਧਰ ਤਾਂ ਰਿਜ਼ਾਈਨ ਕਰ ਹੀ ਚੁੱਕੇ ਨੇ। ਸਾਨੂੰ ਇਹ ਡਰ ਬਣਿਆ ਹੋਇਆ ਵੀ 1 ਮਹੀਨਾ ਹੋ ਚੁੱਕਿਆ ਬੰਦਿਆਂ ਨੂੰ ਰਿਜ਼ਾਈਨ ਕਰੇ ਨੂੰ, ਤੇ 1 ਮਹੀਨੇ ਬਾਅਦ ਤੁਹਾਡਾ ਅਸਤੀਫਾ ਮਨਜ਼ੂਰ ਹੋ ਜਾਂਦਾ। ਤੇ ਅੱਜ 3 ਤਰੀਕ ਹੋ ਗਈ ਹੈ ਤੇ ਬਹੁਤ ਸਾਰਿਆਂ ਦੇ ਅਸਤੀਫੇ ਮਨਜ਼ੂਰ ਹੋਣ ਦਾ ਲੈਟਰ ਆ ਗਿਆ ਹੋਣਾ। ਫਿਰ ਅਸੀਂ ਕੀ ਕਰਾਂਗੇ? ਸਰਕਾਰ ਇਸ ਤੇ ਕਿਸ ਤਰ੍ਹਾਂ ਦਾ ਰੁਖ ਅਪਣਾਊਗੀ? ਇਸ ਗੱਲ ਪ੍ਰਤੀ ਜਿਹੜੇ ਸਾਡੇ ਸਾਥੀ ਨੇ ਉਹ ਬਹੁਤ ਜ਼ਿਆਦਾ ਘਬਰਾਏ ਹੋਏ ਨੇ, ਡਰੇ ਹੋਏ ਨੇ, ਬਹੁਤ ਜ਼ਿਆਦਾ ਮਾਨਸਿਕ ਤਣਾਅ ਹੰਢਾ ਰਹੇ। ਅੱਛਾ, ਕਿਵੇਂ ਹੁਣ ਤੁਹਾਨੂੰ ਜੇ ਤੁਹਾਡਾ ਜੇ ਹੁਣ ਬੋਲਣਾ ਹੋਵੇ ਅੱਗੇ ਜਾ ਕੇ ਜਾਂ ਕਹਿਣਾ ਹੋਵੇ, ਇੰਟਰੋਡਕਸ਼ਨ ਦੇਣੀ ਹੋਵੇ, ਕੀ ਕਹਿ ਸਕਦੇ ਆ ਵੀ ਸਰਕਾਰੀ ਨੌਕਰੀ ਤਾਂ ਲੱਗ ਗਏ ਪਰ ਬੇਰੁਜ਼ਗਾਰ ਹਾਂ ਫਿਰ ਵੀ? ਉਹ ਤਾਂ ਹੈਗਾ ਹੀ ਆ ਜੀ। ਹੁਣ ਮਤਲਬ ਅਸੀਂ ਤਾਂ, ਸਾਨੂੰ ਖੁਦ ਨਹੀਂ ਮਹਿਸੂਸ ਹੋ ਰਿਹਾ ਵੀ ਅਸੀਂ ਕੀ ਡਿਫਾਈਨ ਕਰੀਏ ਆਪਣੇ ਆਪ ਨੂੰ। ਬੇਰੁਜ਼ਗਾਰ ਕਹੀਏ, ਰੋਜ਼ਗਾਰ ਪ੍ਰਾਪਤ ਕਰਨ ਵਾਲੇ ਕਹੀਏ, ਵੀ ਅਸੀਂ ਉਹੀ ਹੈ ਨਾ, ਵੀ ਹਵਾ ਵਿੱਚ ਲਟਕੇ ਹੋਏ ਪ੍ਰੋਫੈਸਰ ਕਹਿ ਸਕਦੇ ਹਾਂ, ਜਿਨ੍ਹਾਂ ਕੋਲੇ ਨਾ ਸਟੇਸ਼ਨ ਨੇ, ਜਿਨ੍ਹਾਂ ਕੋਲੇ ਨਾ ਤਨਖਾਹਾਂ ਨੇ। ਬਸ ਉਹ ਉਡੀਕ ਰਹੇ ਨੇ ਵੀ ਕੀ ਫੈਸਲਾ ਆਉਂਦਾ, ਸਰਕਾਰ ਕੀ ਰੁਖ ਅਖਤਿਆਰ ਕਰਦੀ ਹੈ। ਉੱਪਰੋਂ ਸਾਡੇ ਕੋਲੇ ਚੋਣ ਜ਼ਾਬਤੇ ਦਾ, ਸਾਡੇ ਸਿਰ ਤੇ ਚੋਣ ਜ਼ਾਬਤਾ ਖੜਿਆ ਵੀ ਜੇ ਚੋਣ ਜ਼ਾਬਤੇ 2 ਮਹੀਨੇ ਤਾਂ ਨੈਚੁਰਲੀ ਚੀਜ਼ ਲਟਕ ਵੀ ਸਕਦੀ ਹੈ। ਸਰਕਾਰ, ਸਾਨੂੰ ਇਹ ਡਰ ਹੈ ਵੀ ਜਿਹੜੀ ਸਰਕਾਰ ਹੈ ਉਹ ਪਾਰਟੀ ਹੈ, ਈਵਨ ਕਿ ਸਰਕਾਰ ਤੋਂ ਬਾਅਦ ਉਹ ਪਾਰਟੀ ਬਣ ਜੂਗੀ ਇੱਕ, ਤੇ ਪਾਰਟੀ ਆਪਣੇ ਚੋਣ ਮਸਲਿਆਂ ਵਿੱਚ ਰੁੱਝ ਜਾਊਗੀ। ਉਹਨਾਂ ਦਾ ਧਿਆਨ ਇਸ ਗੱਲ ਤੋਂ ਜੇ ਹਟ ਜਾਂਦਾ ਤਾਂ ਇਹ ਮਸਲਾ ਲੰਬਾ ਵੀ ਲਟਕ ਸਕਦਾ। ਅੱਛਾ, ਕੀ ਉਮੀਦ ਕਰਨੇ ਜੇ ਕੋਰਟ ਇਸੇ ਤਰੀਕੇ ਨਾਲ ਚੱਲਦੀ ਰਹੀ, ਕਿੰਨੇ ਮਹੀਨੇ ਜਾਂ ਕਿੰਨੇ ਵੇਟ ਕਰੋਗੇ, ਫਿਰ ਕੀ ਐਕਸ਼ਨ ਕਰੋਗੇ ਅੱਗੇ? ਦੇਖੋ, ਅਸੀਂ ਤਾਂ ਇਹੀ ਕਹਿੰਦੇ ਵੀ ਸਾਡਾ ਮਸਲਾ ਤਾਂ ਸਰਕਾਰ ਨਾਲ। ਦੇਖੋ, ਮਾਨਯੋਗ ਹਾਈ ਕੋਰਟ ਵਿੱਚ ਜਿਹੜੇ ਮਸਲੇ, ਜਿਹੜੀ ਚੀਜ਼ਾਂ ਤੇ ਸਟੇ ਆ, 5 ਨੰਬਰਾਂ ਦੇ ਸਟੇ ਹੈਗੀ ਆ, 5 ਨੰਬਰ ਦੇ ਸਟੇ ਦੇ ਮਸਲੇ ਨੂੰ ਸਰਕਾਰ ਕਲੀਅਰ ਕਰੇ। ਜਿਹੜੇ ਕੈਂਡੀਡੇਟ ਬਾਹਰ ਹੁੰਦੇ ਨੇ ਉਹਨਾਂ ਬਾਰੇ ਸਰਕਾਰ ਕੀ ਕਰਨਾ ਚਾਹੁੰਦੀ ਹੈ, ਇਹ ਸਾਰੀਆਂ ਗੱਲਾਂ ਮਾਨਯੋਗ ਹਾਈ ਕੋਰਟ ਵਿੱਚੋਂ ਆਪਣੀ ਸਪਸ਼ਟ ਕਰੇ। ਜਿੰਨੀਆਂ ਵੀ ਰਿਟ ਪਟੀਸ਼ਨ ਨੇ ਉਹਨਾਂ ਬਾਰੇ ਛੇਤੀ ਤੋਂ ਛੇਤੀ ਰਿਪਲਾਈ ਕਰੇ ਤਾਂ ਕਿ ਇਹ ਮਸਲਾ ਛੇਤੀ ਸੋਲਵ ਹੋ ਸਕੇ। ਤੁਸੀਂ ਆਪਣੇ ਵੱਲੋਂ ਕੋਈ ਐਕਸ਼ਨ ਕਰੋਗੇ? ਅਸੀਂ ਤਾਂ ਲਗਾਤਾਰ, ਦੇਖੋ, ਅਸੀਂ ਲਗਾਤਾਰ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਮਿਲ ਰਹੇ ਹਾਂ, ਤੇ ਅੱਗੇ ਅਸੀਂ ਸਰਕਾਰ ਵਿਰੁੱਧ ਲਗਾਤਾਰ ਰੋਸ ਜ਼ਾਹਰ ਕਰਾਂਗੇ। ਉਹਨਾਂ ਦੇ ਜਿਹੜੇ ਅੱਗੇ ਜਦੋਂ ਉਹ ਚੋਣ ਪ੍ਰਚਾਰ ਲਈ ਸਾਡੇ ਹਲਕਿਆਂ 'ਚ ਆਉਣਗੇ ਤਾਂ ਅਸੀਂ ਇਹ ਸਵਾਲ ਕਰਾਂਗੇ ਉਹਨਾਂ ਨੂੰ ਵੀ ਤੁਸੀਂ ਦੱਸੋ, ਤੁਸੀਂ ਦਾਅਵੇ ਕਰਦੇ ਹੋ ਵੀ ਅਸੀਂ ਸਰਕਾਰੀ ਉਚੇਰੀ ਸਿੱਖਿਆ ਨੂੰ ਬਚਾ ਰਹੇ ਹਾਂ, ਅਸੀਂ ਕਾਲਜ ਖੋਲ੍ਹਣੇ ਸੀ, ਤਾਂ ਅਸੀਂ ਪੁੱਛਾਂਗੇ ਨਾ ਵੀ ਅਸੀਂ ਕਿੱਥੇ ਆ ਫਿਰ? ਜੇ ਤੁਸੀਂ ਸਾਨੂੰ ਰੋਜ਼ਗਾਰ ਦਿੱਤਾ, ਸਾਡਾ ਰੋਜ਼ਗਾਰ ਕਿੱਥੇ ਆ? ਸਾਡੇ ਕਾਲਜ ਤਨਖਾਹਾਂ ਲੈ ਕੇ ਸਵਾਲ ਕਰਨੇ ਆ ਵੀ ਜੇ ਠੀਕ ਹੈ, ਜੇ ਕੋਰਟ 'ਚ ਕੇਸ ਚੱਲਦਾ ਪਿਆ, ਕੇਸ ਲੰਬਾ ਵੀ ਚੱਲ ਸਕਦਾ, ਜੇ ਤੁਸੀਂ ਜੁਆਇਨ ਕਰ ਲਿਆ, ਜਿਹਨਾਂ ਜੁਆਇਨਿੰਗ ਲੈਟਰ ਮਿਲ ਗਈ ਹੈ, ਕਮ ਸੇ ਕਮ ਤਨਖਾਹਾਂ ਤਾਂ ਦੇ ਦਿਓ ਉਹਨਾਂ ਨੂੰ। ਨਹੀਂ, ਉਹ ਇਸ ਗੱਲ ਲਈ ਹੁਣ ਸਰਕਾਰ ਕੋਰਟ ਵਿੱਚ ਹੀ, ਮਾਨਯੋਗ ਕੋਰਟ ਵਿੱਚ ਹੀ ਇਹ ਗੱਲਾਂ ਦਾ ਸਰਕਾਰ ਨੂੰ ਅਸੀਂ ਤਾਂ ਸਰਕਾਰ ਤੋਂ ਹੀ ਸਪਸ਼ਟੀਕਰਨ ਮੰਗ ਰਹੇ ਹਾਂ ਵੀ ਇਹਨਾਂ ਸਾਰੀਆਂ ਗੱਲਾਂ ਬਾਰੇ, ਇਹਨਾਂ ਸਾਰੇ ਸਵਾਲਾਂ ਬਾਰੇ ਸਰਕਾਰ ਸਪਸ਼ਟ ਹੋਵੇ, ਸਾਨੂੰ ਵੀ ਸਪਸ਼ਟ ਕਰੇ, ਮਾਨਯੋਗ ਹਾਈ ਕੋਰਟ ਨੂੰ ਵੀ ਸਪਸ਼ਟ ਕਰੇ ਵੀ ਅਸੀਂ ਇਹ ਕਰਾਂਗੇ। ਇਹ ਮਸਲਾ ਸਿਰਫ ਤਨਖਾਹਾਂ ਦਾ ਨਹੀਂ ਹੈ। ਅਸਲ 'ਚ ਜੇ ਸਰਕਾਰ ਠੀਕ ਜਵਾਬ ਨਹੀਂ ਦਿੰਦੀ ਤਾਂ ਪੂਰੀ ਭਾਰਤੀ ਦੇ ਹੀ ਪ੍ਰਸ਼ਨ ਚਿੰਨ੍ਹ ਲੱਗਦਾ। ਤਾਂ ਇਹ ਮਤਲਬ ਰੁਜ਼ਗਾਰ ਬਚਾਉਣ ਦਾ ਮਾਮਲਾ, ਉਹਦੇ ਨਾਲ ਜੁੜ ਕੇ ਸਰਕਾਰੀ ਕਾਲਜ ਬਚਾਉਣ ਦਾ ਮਾਮਲਾ। ਸਰਕਾਰੀ ਕਾਲਜ ਬਚਣਗੇ ਤਾਂ ਹੀ ਜੋ ਅਸੀਂ ਵੀ, ਜਿਵੇਂ ਬਹੁਤ ਸਾਰੇ ਸਾਡੇ ਸਾਥੀ ਨੇ ਉਹ ਮਿਹਨਤਕਸ਼ ਕਿਰਤੀ ਪਰਿਵਾਰਾਂ 'ਚ ਉੱਠ ਕੇ ਆਏ ਆ, ਉਹਨਾਂ ਲਈ ਸਿੱਖਿਆ ਫੇਰ ਹੀ ਬਚੀ ਰਹੂਗੀ ਜੇ ਸਰਕਾਰੀ ਕਾਲਜ ਬਚਣਗੇ। ਜੇ ਮਾਮਲਾ ਇਸੇ ਤਰ੍ਹਾਂ ਲੰਬਤ ਰਹਿੰਦਾ, ਇਹ ਸਾਡਾ ਜੋ ਹੈ ਮਤਲਬ ਗੱਲ ਅੱਗੇ ਨਹੀਂ ਤੁਰਦੀ ਆ, ਤਾਂ ਇਹ ਨਿਸ਼ਚਿਤ ਆ ਵੀ ਆਉਣ ਵਾਲੇ 2, 4, 5 ਸਾਲਾਂ ਦੇ ਵਿੱਚ ਰੈਗੂਲਰ ਪ੍ਰੋਫੈਸਰਾਂ ਦੀਆਂ ਜਿਹੜੇ ਚੱਲ ਰਹੇ ਨੇ ਟੈਨਿਓਰ ਖਤਮ ਹੁੰਦੇ ਹੀ ਸਰਕਾਰੀ ਕਾਲਜ ਜਿਹੜੇ ਉਹ ਖਾਤਮੇ ਵੱਲ ਵਧਣਗੇ, ਤੇ ਪੰਜਾਬ ਦੇ ਵੱਡੇ ਹਿੱਸੇ ਦਾ, ਖਾਸ ਕਰ ਕਿਸਾਨ ਤੇ ਮਜ਼ਦੂਰ ਤੇ ਪਿੰਡੂ ਹਿੱਸਾ ਜਿਹੜਾ ਤਬਕਾ, ਉਹਦੀ ਪਹੁੰਚ ਤੋਂ ਇਹ ਸਰਕਾਰੀ ਸਿੱਖਿਆ ਜਿਹੜੀ ਬਾਹਰ ਹੋ ਜਾਏਗੀ। ਇੱਕ ਆਖਰੀ ਸਵਾਲ ਹੈ, ਜਦੋਂ ਇੰਟਰੋਡਕਸ਼ਨ ਦਿੰਦੇ ਹੋ ਆਪਣੀ, ਕੀ ਕਹਿੰਦੇ ਹੋ ਵੀ ਸਰਕਾਰੀ ਨੌਕਰੀ 'ਚ ਲੱਗੇ ਹੋਏ ਆ, ਕੀ ਕਹਿੰਦੇ ਹੋ ਜਾ ਕੇ? ਦੇਖੋ, ਇਹਦੇ ਬਾਰੇ ਸਾਥੀ ਪਰਮਜੀਤ ਨੇ ਵਧੀਆ ਕਿਹਾ, ਅਸੀਂ ਹਵਾ 'ਚ ਲਟਕੇ ਹੋਏ ਪ੍ਰੋਫੈਸਰ ਹਾਂ। ਜੇ ਸਰਕਾਰ ਸਾਨੂੰ ਪੈਰਵਾਈ ਕਰੂਗੀ ਠੀਕ ਢੰਗ ਨਾਲ, ਤਾਂ ਸ਼ਾਇਦ ਸਾਡੇ ਪੈਰ ਜ਼ਮੀਨ ਤੇ ਲੱਗ ਜਾਣ, ਜਿਹਦੇ ਨਾਲ ਪੰਜਾਬ ਦਾ ਉੱਚ ਸਿੱਖਿਆ ਢਾਂਚਾ ਬਚਣ ਦਾ ਪ੍ਰਬੰਧ ਹੋ ਸਕੇ ਤੇ ਸਿੱਖਿਆ ਲੋਕਾਂ ਤੱਕ ਬਣੀ ਰਹੇ। ਇਸ ਗੱਲ ਦੀ ਜਾਮਣੀ ਹੋ ਸਕਦੀ ਹੈ। ਤੇ ਸਾਡੀ ਗੱਲ ਮੈਂ ਸੁਣੀ ਹੈ, ਸਹਾਇਕ ਪ੍ਰੋਫੈਸਰ ਨੇ 1158 ਜੋ ਪਾਸ ਕਰ ਗਏ ਸੀ, 12000 ਕੁਝ ਨੌਜਵਾਨਾਂ ਨੇ ਉਸ ਵਿੱਚ ਟੈਸਟ ਦਿੱਤੇ ਸੀ, ਤੇ ਅੱਜ ਪ੍ਰੈਸ ਕਾਨਫਰੰਸ ਕਰਨ ਆਏ ਸੀ। ਪ੍ਰੈਸ ਕਾਨਫਰੰਸ ਕੀਤੀ ਹੈ, ਕਿਸੇ ਨਾ ਕਿਸੇ ਬੰਨੇ ਸਰਕਾਰ ਨੂੰ ਲਗਾਉਣਾ ਚਾਹੀਦਾ। ਅੱਗੇ ਚੋਣ ਜ਼ਾਬਤਾ ਆ ਗਿਆ ਤਾਂ ਫਿਰ ਕਿਤੇ ਹਵਾ 'ਚ ਨਾ ਲਟਕੇ ਰਹਿਣ। ਇੰਟਰੋਡਕਸ਼ਨ ਵੀ ਦੇ ਸਕਦੇ ਆਪਣੀ ਕਿ ਸਰਕਾਰੀ ਨੌਕਰੀ ਕਰਦੇ ਨੇ, ਜੁਆਇਨਿੰਗ ਲੈਟਰ ਹੱਥ ਵਿੱਚ ਨੇ, ਪਰ ਕਿਤੇ ਵੀ ਸਰਕਾਰ ਨਹੀਂ ਸੋਚਦੀ ਤਨਖਾਹਾਂ ਨੂੰ ਲੈ ਕੇ ਜਾਂ ਜੁਆਇਨਿੰਗ ਨੂੰ ਲੈ ਕੇ। ਹੱਲੇ ਵੀ ਮਾਮਲਾ ਕੋਰਟ ਵਿੱਚ ਚੱਲਦਾ ਪਿਆ। ਜੇ ਸਟੇ ਲੱਗੀ ਹੈ ਕੋਰਟ ਵਿੱਚ ਕਿ ਚੋਣਾਂ ਤੋਂ ਬਾਅਦ ਜਾ ਕੇ ਇਹਨਾਂ ਦੇ ਮਸਲੇ ਹੱਲ ਹੋ ਜਾਣਗੇ, ਜੇ ਸਰਕਾਰ ਦੁਬਾਰਾ ਆ ਜਾਏਗੀ ਕਿ ਸਰਕਾਰ ਕਹੂਗੀ ਇਹਨਾਂ ਨੂੰ ਜੁਆਇਨ ਕਰਵਾਉਣਾ ਹੈ, ਜੇ ਸਰਕਾਰ ਦੁਬਾਰਾ ਨਾ ਆਈ ਫਿਰ ਅਗਲੀ ਸਰਕਾਰ ਆ ਜਾਏਗੀ ਕਿ ਉਹ ਇਹਨਾਂ ਨੂੰ ਨੌਕਰੀਆਂ ਦੇਗੀ। ਇਹ ਸਭ ਤੋਂ ਅਹਿਮ ਸਵਾਲ ਹੈ।